ਤੁਹਾਡੇ ਕਈ ਆੜੀਆਂ ਦੀਆਂ ਟਿਕਟਾਂ ਕੱਟੀਆਂ ਗਈਆਂ, ਮਨ ਤੇ ਸੱਟ ਜੀ ਵੱਜੀ ਕਿ ਨਹੀਂ? ਕਾਹਦੇ ਸੈਲੀਬ੍ਰਿਟੀ? ਨਵਜੋਤ ਸਿੰਘ ਸਿੱਧੂ ਕਹਿੰਦੇ 10 ਕਰੋੜ ਫਾਲੋਅਰ ਆ ਸਿੱਧੂ ਮੂਸੇਵਾਲੇ ਦੇ। ਐਵੇਂ ਥੋੜੀ ਕਹਿੰਦਾ ਜੱਟਾ ਸ਼ਰੇਆਮ ਧੱਕਾ ਕਰਦਾ। ਸਨੀ ਲਿਓਨ ਮੋਸਟ ਉਹ ਆਪਣਾ ਕੀ ਕਹਿੰਦੇ ਸਰਚਡ ਗੂਗਲ ਦੇ ਉੱਤੇ ਕਿਸੇ ਦੇ ਫਾਲੋਅਰ, ਕਿਸੇ ਦੇ ਲਾਈਕਸ, ਕਿਸੇ ਦੀ ਪਪੂਲੈਰਿਟੀ ਦਾ ਜਰੀਆ ਨਹੀਂ ਹੈਗਾ। ਭਾਜਪਾ ਨੇ ਸੰਨੀ ਦਿਓਲ, ਤੁਸੀਂ ਕਹਿੰਦੇ ਵੀ ਸਾਡੇ ਵਾਲੇ ਭਾਵੇਂ ਸੰਨੀ ਲਿਓਨ ਲਿਆਉਣ ਹੈ। ਉੱਥੇ ਵੰਗਾਰ ਦਿੱਤੀ ਸੀ ਤੁਸੀਂ ਕਿ ਜੇਕਰ ਇਹਨਾਂ ਨੌਜਵਾਨਾਂ ਦਾ ਹੱਕ ਖੋਇਆ ਜਿਨ੍ਹਾਂ ਨੇ ਕੰਮ ਕੀਤਾ ਤੇ ਫਿਰ ਅਸੀਂ ਚੁੱਪ ਨਹੀਂ ਬੈਠਾਂਗੇ। ਲੇਕਿਨ ਜਸਪਿੰਦਰ ਦਾ ਸਾਡਾ ਹੱਕ ਬਣਦਾ ਸੀ ਉਹਦੀ ਟਿਕਟ ਮੰਗਣਾ। ਕਾਂਗਰਸ ਨੂੰ ਬਾਹਰ ਲੈਣ ਦੀ ਕਿਸੇ ਦੀ ਲੋੜ ਹੈ ਕਿ ਨਹੀਂ, ਕਿ ਘਰੇ ਹੀ ਕਲੇਸ਼ ਬਹੁਤ ਆ ਸੁਖਨਾ। ਕਾਂਗਰਸ ਦੇ ਵਿੱਚ ਭਾਂਡਿਆਂ 'ਚ ਚਿੱਬ ਪੈ ਜਾਂਦੇ, ਖੜਕਦੇ ਰਹਿਣ ਤਾਂ ਕੋਈ ਗੱਲ ਨਹੀਂ, ਤੇ ਚਿੱਬ ਸਿੱਧੇ ਵੀ ਹੋ ਜਾਂਦੇ। ਨਵਜੋਤ ਸਿੱਧੂ ਦਾ ਸਾਰੇ ਕਹਿੰਦੇ ਸੀ ਵੀ ਇਹ ਪਾਰਟੀ ਨੂੰ ਪਤਾ ਨਹੀਂ ਕੀ ਨੁਕਸਾਨ ਪਹੁੰਚਾ ਦੇਣਗੇ। ਅੱਜ ਉਹਨਾਂ ਨੇ ਕਿਤੇ ਨਾ ਕਿਤੇ ਅੱਜ ਵੀ ਉਹ ਮਤਲਬ ਉਸ ਪੰਜਾਬ ਮਾਡਲ ਦੇ ਉੱਤੇ ਲਿਆ ਕੇ ਉਹਨਾਂ ਨੇ ਰਾਜਨੀਤੀ ਖੜੀ ਕਰ ਦਿੱਤੀ। ਕੇਜਰੀਵਾਲ ਨੂੰ ਵੀ ਕਹਿਣਾ ਪਿਆ ਵੀ ਪੰਜਾਬ ਮਾਡਲ। 17 'ਚ ਤੁਹਾਨੂੰ ਪਹਿਲੀ ਵਾਰ ਟਿਕਟ ਮਿਲੀ, ਅਮਰਜੀਤ ਸਿੰਘ ਸੰਦੋਆ ਦੇ ਕੋਲੋਂ ਹਾਰੇ। ਮੰਨਦੇ ਹੋ ਵੀ ਜੇਕਰ ਭਗਵੰਤ ਮਾਨ ਨੂੰ ਐਲਾਨ ਦਿੱਤਾ ਜਾਂਦਾ ਤੁਹਾਡਾ ਮੁਕਾਬਲਾ ਹੋਰ ਤਿੱਖਾ ਹੋ ਜਾਣਾ ਦਿਨੇਸ਼ ਚੱਡਾ ਦੇ ਨਾਲ? ਕੀ ਭਗਵੰਤ ਮਾਨ ਪੰਜਾਬ ਨੂੰ ਉਹ ਗਵਰਨੈਂਸ ਦੇ ਦੇਣਗੇ? ਉਹ ਭਗਵੰਤ ਮਾਨ ਨੂੰ ਐਲਾਨ ਦੇਣ, ਉਹ ਹਰਪਾਲ ਚੀਮੇ ਨੂੰ ਐਲਾਨ ਦੇਣ, ਉਹ ਲਿਆ ਕੇ ਬਾਹਰੋਂ ਕਿਸੇ ਨੂੰ ਐਲਾਨ ਦੇਣ, ਉਹ ਕੇਜਰੀਵਾਲ ਨੂੰ ਐਲਾਨ ਦੇਣ, ਉਹਦੇ ਨਾਲ ਸਾਡਾ ਕੋਈ ਲੈਣ ਦੇਣ ਨਹੀਂ ਹੈ। ਰਸ ਭਰੀ ਸ਼ਰਮੀਲੀ ਭੜਕੀਲੀ ਜਦੋਂ ਆਉਂਦੀ ਹੈ ਨਾ ਰੰਗ ਬਰੰਗੀ ਦਾਰੂ ਜੀ, ਉਦੋਂ ਕਈ ਈਮਾਨ ਡੋਲ ਜਾਂਦੇ ਆ। ਗੁਲਾਬੀ ਰੰਗ ਦਾ ਨੋਟ ਈਮਾਨ ਆ ਜਿਹੜਾ ਉਹਨੂੰ ਫਿੱਕਾ ਪਾ ਦਿੰਦਾ। 2000 ਦੇ ਨੋਟ ਲਈ ਜਾਂ 1000 ਦੇ ਨੋਟ ਲਈ ਜਾਂ ਉਹ ਕੋਈ ਰਿਸ਼ਤੇਦਾਰੀ ਲਈ ਆ, ਉਹ ਵੋਟ ਦਾ ਮੁੱਲ ਲੋਕਾਂ ਨੂੰ ਡਿਸਾਈਡ ਕਰਨਾ ਪੈਣਾ। ਟੈਟ ਪਾਸ ਟੀਚਰ ਕਹਿ ਲਓ, ਤੁਸੀਂ ਕੱਚੇ ਮੁਲਾਜ਼ਮ ਕਹਿ ਲਓ, ਬਹੁਤ ਕੁੱਟ ਪਈ ਉਹਨਾਂ ਵਿਚਾਰਿਆਂ ਦੇ। ਮੈਂ ਕਹਿੰਦਾ ਤੁਹਾਡੀ ਪਾਰਟੀ ਦੇ ਪ੍ਰਧਾਨ ਸਾਹਿਬ ਤੇ ਇਹ ਗੱਲ ਕਹਿੰਦੇ ਇੱਕ ਵਾਰੀ ਮੌਕਾ ਦਿਓ, ਔਰਤਾਂ ਦੇ ਖਾਤੇ 'ਚ 2-2000 ਰੁਪਇਆ ਪਾ ਦੇਾਂਗੇ, ਸਕੂਟਰੀ ਦਿਆ ਕਰਾਂਗੇ ਕਿ ਕੀ ਕਰਕੇ ਅੱਗੇ ਨਿਕਲ ਜਾ ਕਰਨਗੀਆਂ ਧੀਆਂ ਭੈਣਾਂ। ਦੇਖੋ ਪੈਸੇ ਕਹਿਣਾ ਵੀ ਹੈ ਹੀ ਨਹੀਂ, ਇਹ ਵੀ ਗਲਤ ਆ। ਲੋਕ ਕਹਿੰਦੇ ਖਜ਼ਾਨਾ ਕਾ ਤੋਂ ਪੀਪਾ ਕੋ ਇਹਨੂੰ ਖਾਲੀ। ਕੀ ਮੰਨਦੇ ਹੋ ਕਿ ਕੈਪਟਨ ਅਮਰਿੰਦਰ ਸਿੰਘ ਦੇ ਕਾਂਗਰਸ ਦੇ ਵਿੱਚ ਰਹਿਣ ਦੇ ਨਾਲ ਪੰਜਾਬ ਦੇ ਵਿਕਾਸ ਦੇ ਚੱਕੇ ਜਾਮ ਹੋਏ ਸੀ ਕਿ ਨਹੀਂ? ਕੈਪਟਨ ਸਾਹਿਬ ਨੇ ਇਹ ਕਹਿਣਾ ਵੀ ਉਹਨਾਂ ਨੇ ਕੱਖ ਨਹੀਂ ਕੀਤਾ ਗਲਤ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਪ੍ਰਾਈਮ ਮਿਨਿਸਟਰ ਟੈਲੀਵਿਜ਼ਨ ਦੇਖ ਰਹੇ ਹੋ ਦੋਸਤੋ। ਮੈਂ ਹਾਂ ਸਵਰਨ ਸਿੰਘ ਟਹਿਣਾ ਤੇ ਪ੍ਰੋਗਰਾਮ ਪ੍ਰਾਈਮ ਇਲੈਕਸ਼ਨ ਲੈ ਕੇ ਹਾਜ਼ਰ ਹਾਂ। ਅੱਜ ਅਸੀਂ ਇਸ ਪ੍ਰੋਗਰਾਮ ਦੇ ਤਹਿਤ ਗੱਲਬਾਤ ਕਰਾਂਗੇ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਬਰਿੰਦਰ ਸਿੰਘ ਢਿੱਲੋਂ ਹੋਰਾਂ ਦੇ ਨਾਲ, ਜਿਨ੍ਹਾਂ ਨੂੰ ਕਿ ਆਪਾਂ ਜਾਣਦੇ ਹਾਂ ਕਿ ਇੱਥੋਂ ਰੋਪੜ ਤੋਂ ਟਿਕਟ ਮਿਲੀ ਹੋਈ ਹੈ, ਰੂਪਨਗਰ ਤੋਂ। ਕਿਹੜੀਆਂ ਪ੍ਰਸਥਿਤੀਆਂ ਨੇ, ਕਿਹੋ ਜਿਹੇ ਹਾਲਾਤ ਨੇ, ਕਾਂਗਰਸ ਦੀ ਕਿਹੋ ਜਿਹੀ ਕਾਰਗੁਜ਼ਾਰੀ ਹੈ ਤੇ ਬਤੌਰ ਪ੍ਰਧਾਨ ਇਹਨਾਂ ਨੇ ਕਿੰਨਾ ਕੁਝ ਕੀਤਾ। ਕੀ ਮੰਨਦੇ ਹੋ ਕਿ ਟਿਕਟਾਂ ਦੀ ਵੰਡ ਸਹੀ ਹੋਈ ਹੈ? ਕੀ ਮੰਨਦੇ ਹੋ ਕਿ ਕਾਂਗਰਸ ਆ ਜਿਹੜੀ ਉਹ ਇੱਕ ਵਾਰ ਫਿਰ ਚਿੱਕੜ ਦੇ ਵਿੱਚ ਫਸਿਆ ਹੋਇਆ ਗੱਡਾ ਕੱਢਣ 'ਚ ਕਾਮਯਾਬ ਹੋ ਜੂਗੀ? ਇਹਨਾਂ ਗੱਲਾਂ ਦੇ ਉੱਤਰ ਲਵਾਂਗੇ। ਢਿੱਲੋਂ ਸਾਹਿਬ ਸਤਿ ਸ਼੍ਰੀ ਅਕਾਲ। ਧੰਨਵਾਦ ਜੀ। ਠੀਕ ਠਾਕ ਹੋ? ਰੱਬ ਦੀ ਮਿਹਰ ਹੈ ਜੀ। ਹੁਣ ਤਾਂ ਪਾਰਾ ਸਿਰੇ ਦੇ ਉੱਤੇ ਰਾਜਨੀਤੀ ਦਾ ਠਾਰੀ ਹੈਗੀ ਆ, ਪਰ ਉਬਾਲ ਜਦੋਂ ਵੱਜਦਾ ਧੁੜਕੂ ਜਿਹਾ ਨਹੀਂ ਲੱਗਦਾ ਵੀ ਪਤਾ ਨਹੀਂ ਕੀ ਬਣਨਾ। ਰਿਸਕੀ ਰਾਜਨੀਤੀ ਰਿਸਕੀ ਹੈ ਜੀ। ਰਾਜਨੀਤੀ ਦੇ ਵਿੱਚ ਪਾਰੇ ਚੜੇ ਵੀ ਰਹਿੰਦੇ ਆ, ਆਪਣੇ ਠੰਡੇ ਵੀ ਰੱਖਣੇ ਪੈਂਦੇ ਆ। ਸੋ ਮਾਹੌਲ ਹੈਗਾ ਜੀ ਪੂਰਾ ਵਧੀਆ, ਔਰ ਕਰੋਨਾ ਦੇ ਦੌਰ ਦੇ ਵਿੱਚ ਇਲੈਕਸ਼ਨ ਹੋ ਰਹੀ ਆ, ਉਹਦਾ ਸਭ ਨੂੰ ਧਿਆਨ ਰੱਖਣਾ ਚਾਹੀਦਾ। ਕੋਸ਼ਿਸ਼ ਕਰੀਏ ਵੀ ਬਿਨਾਂ ਜਾਨਾਂ ਗਵਾਈ ਇਹ ਜਿਹੜਾ ਫੈਸਟੀਵਲ ਆਫ ਡੈਮੋਕ੍ਰੇਸੀ ਆ ਇਹ ਨਿਕਲ ਜਾਏ। ਪਰ ਢਿੱਲੋਂ ਸਾਹਿਬ ਗੱਲ ਇਹ ਹੈ ਕਿ ਭਾਵੇਂ ਪੰਜਾਬ ਦੇ ਕਈ ਲੋਕ ਇਹਨੂੰ ਜਿਹੜਾ ਨਾ ਚੋਣਾਂ ਦਾ ਮੌਸਮ ਇਹਨੂੰ ਤਿਉਹਾਰ ਵਰਗਾ ਮੰਨਦੇ ਆ, ਵਿਆਹ ਵਰਗਾ, ਵੀ ਸਾਡੇ ਘਰ ਦੇ ਵਿੱਚ ਟੱਬਰ ਦੇ ਜੀ ਦਾ ਕਿਸੇ ਦਾ ਵਿਆਹ ਚਾਅ ਜਾ ਹੁੰਦਾ ਕਈ ਤਰ੍ਹਾਂ ਦਾ, ਕਈ ਕੁਛ ਮਿਲਦਾ ਗਿਲਦਾ, ਕਈ ਬੰਦੇ ਦਿੰਦੇ ਆ। ਮੈਂ ਨਹੀਂ ਕਹਿੰਦਾ ਵੀ ਤੁਸੀਂ ਵੀ ਦਿਓਗੇ, ਪਰ ਕੀ ਲੱਗਦਾ ਵੀ ਤੁਸੀਂ ਟੱਬਰ ਦੇ ਤੌਰ ਦੇ ਉੱਤੇ, ਪਰਿਵਾਰਕ ਤੌਰ ਦੇ ਉੱਤੇ ਰਾਜਨੀਤੀ 'ਚ ਨਹੀਂ ਸੀ? 17 'ਚ ਤੁਹਾਨੂੰ ਪਹਿਲੀ ਵਾਰ ਟਿਕਟ ਮਿਲੀ, ਅਮਰਜੀਤ ਸਿੰਘ ਸੰਦੋਆ ਦੇ ਕੋਲੋਂ ਹਾਰੇ। ਐਤਕੀ ਮਨ ਦੇ ਵਿੱਚ ਮਜ਼ਬੂਤੀ ਹੈ ਕਿ ਫਿਰ ਕੋਈ ਨਾ ਕੋਈ ਕਿਤੇ ਨਾ ਕਿਤੇ ਕਿਸੇ ਕੋਨੇ 'ਚ ਗੱਲ ਲੁਕੀ ਹੈ? ਹਾਰਨ ਤੋਂ ਬਾਅਦ ਜੋ ਬੰਦੇ ਨੂੰ ਸਿੱਖਣ ਨੂੰ ਮਿਲਦਾ ਸ਼ਾਇਦ ਵੈਸੇ ਕਦੀ ਨਹੀਂ ਮਿਲਦਾ। ਤੁਸੀਂ ਵੇਖ ਹੀ ਲਓ, ਔਰ ਵਾਹਵੇ ਵੋਟਾਂ ਤੋਂ ਹਾਰੇ ਅਸੀਂ, ਔਰ ਉਮਰ ਵੀ ਘੱਟ ਸੀ, ਪਾਰਟੀ 'ਚ ਵੀ ਕੱਦ ਬਹੁਤ ਛੋਟਾ ਸੀ, ਆਲੇ ਦੁਆਲੇ ਦਿੱਗਜ ਨੇਤਾ ਵੀ ਸੀ। ਸੋ ਇਹਨਾਂ ਦੇ ਪਰਛਾਵਿਆਂ 'ਚੋਂ ਬਾਹਰ ਨਿਕਲ ਕੇ ਦੁਬਾਰਾ ਆਪਣੀ ਪਾਰਟੀ ਦੀ ਇੱਥੇ ਮਜ਼ਬੂਤੀ ਨਾਲ ਦਾਅਵੇਦਾਰੀ ਪੇਸ਼ ਕਰਨਾ ਬੜਾ ਵੱਡਾ ਚੈਲੰਜ ਸੀ ਮੇਰੇ ਵਾਸਤੇ। ਔਰ ਮੈਂ ਅੱਜ ਪਾਰਟੀ ਨੇ ਫਿਰ ਵਿਸ਼ਵਾਸ ਦਿਖਾਇਆ। ਹੁਣ ਲੋਕਾਂ ਦੇ ਵਿਸ਼ਵਾਸ ਦੀ ਵਾਰੀ ਆ। ਪਿਛਲੀ ਵਾਰ ਮੈਂ ਨਹੀਂ ਉਹਨਾਂ ਦਾ ਵਿਸ਼ਵਾਸ ਜਿੱਤ ਸਕਿਆ,
ਐਤਕੀ ਮੇਰੀ ਉਮੀਦ ਆ ਵੀ ਮੈਂ ਉਹਨਾਂ ਦਾ ਵਿਸ਼ਵਾਸ ਜਿੱਤਾਂ। ਔਰ ਜਿਹੜੀ ਤੁਸੀਂ ਗੱਲ ਕਰ ਰਹੇ ਸੀ ਵੀ ਬਹੁਤ ਕੁਝ ਮਿਲਦਾ ਕਰਦਾ, ਇਸ ਰਾਜਨੀਤੀ ਨੂੰ ਬਦਲੀਏ। ਅਸੀਂ ਅੱਜ ਹਾਲੇ ਠੀਕ ਆ, ਤੁਸੀਂ ਕਿਹਾ ਚਿੱਕੜ ਦੇ ਗੱਡੇ 'ਚੋਂ ਆਪਾਂ ਬਾਹਰ ਕੱਢਣਾ ਵਾ, ਗੰਦੀਲੀ ਆ ਰਾਜਨੀਤੀ, ਲੇਕਿਨ ਸਾਫ਼ ਕੌਣ ਕਰੂਗਾ? ਵਿੱਚ ਤਾਂ ਵੜਨਾ ਪਊਗਾ। ਅੱਜ ਮੈਨੂੰ ਲੱਗਦਾ, ਮੈਨੂੰ ਨਹੀਂ ਪਤਾ ਲੋਕਾਂ ਨੂੰ ਔਰ ਦਰਸ਼ਕਾਂ ਨੂੰ ਤੁਹਾਡਿਆਂ ਨੂੰ ਕਿਵੇਂ ਲੱਗਦਾ ਹੋਊਗਾ, ਲੇਕਿਨ ਅੱਜ ਅਸੀਂ ਕਿਤੇ ਨਾ ਕਿਤੇ ਇਸ ਚੀਜ਼ ਤੋਂ ਹਾਲੇ ਬਚੇ ਹਾਂ। ਅਸੀਂ ਹਾਲੇ ਇੰਨੇ ਗੰਦੀਲੇ ਨਹੀਂ ਹੋਏ। ਸੋ ਇਸ ਚਿੱਕੜ ਵਿੱਚ ਵੜ ਕੇ ਆਪਣੇ ਆਪ ਨੂੰ ਬਿਨਾਂ ਗੰਦ ਦਾ ਹਿੱਸਾ ਬਣੇ, ਇਹ 'ਚੋਂ ਸਾਫ਼ ਸੁਥਰੇ ਅਗਰ ਨਿਕਲ ਆਈਏ ਔਰ ਇੱਕ ਚੰਗੀ ਰਾਜਨੀਤੀ ਦੇ ਸਕੀਏ, ਬਾਕੀ ਸਭ ਸੈਕੰਡਰੀ ਰਹਿ ਜੂ। ਕਹਿਣ ਨੂੰ ਤੇ ਸੁਣਨ ਨੂੰ ਇਹ ਗੱਲ ਬੜੀ ਚੰਗੀ ਲੱਗਦੀ ਹੈ, ਬੜੀ ਸੋਹਣੀ ਲੱਗਦੀ ਹੈ। ਮੈਨੂੰ ਤਾਂ ਵੈਸੇ ਹੀ ਬੜੀ ਚੰਗੀ ਲੱਗਦੀ ਹੈ, ਸਾਰਿਆਂ ਨੂੰ ਲੱਗਦੀ, ਸਾਡੇ ਦਰਸ਼ਕਾਂ ਨੂੰ, ਪਰ ਹੈ ਨਹੀਂ ਉਹ ਜਗ੍ਹਾ। ਕਿਉਂ ਨਹੀਂ ਹੈਗਾ? ਨਹੀਂ ਜੋ ਪ੍ਰੈਕਟੀਕਲ ਜ਼ਮੀਨੀ ਤੌਰ ਤੇ ਦੇਖਦੇ ਆ, ਨਹੀਂ ਹੋਣ ਨੂੰ ਤਾਂ ਬਹੁਤ ਕੁਝ ਹੋ ਸਕਦਾ। ਜੇਕਰ ਤੁਸੀਂ ਰਾਜਨੀਤੀ 'ਚ ਨਹੀਂ ਸੀ ਫਿਰ ਵੀ ਰਾਜਨੀਤੀ 'ਚ ਆ ਗਏ, ਪੁਰਾਣੇ ਐਕਸਪੀਰੀਅੰਸ ਦੇ ਨਾਲ ਤੁਹਾਡੇ ਹਿਸਾਬ ਨਾਲ ਇਹ ਹੋਣਾ ਨਹੀਂ ਹੋ ਸਕਦਾ। ਮੈਨੂੰ ਲੱਗਦਾ ਵੀ ਇਹ ਤਾਂ ਨਾ ਤਹਈਆ ਜਿਹੜਾ ਉਹ ਨੇਤਾ ਤੋਂ ਲੈ ਕੇ ਆਮ ਬੰਦੇ ਤੱਕ ਸਭ ਨੂੰ ਕਰਨਾ ਪੈਣਾ ਬਰਾਬਰ ਦਾ, ਫਿਰ ਗੱਲ ਬਣਦੀ ਆ। ਬਹੁਤ ਵਧੀਆ। ਨਹੀਂ ਤਾਂ ਰਸ ਭਰੀ ਸ਼ਰਮੀਲੀ ਭੜਕੀਲੀ ਜਦੋਂ ਆਉਂਦੀ ਹੈ ਨਾ ਰੰਗ ਬਰੰਗੀ ਦਾਰੂ ਜੀ, ਉਦੋਂ ਕਈ ਇਮਾਨ ਡੋਲ ਜਾਂਦੇ ਆ। ਗੁਲਾਬੀ ਰੰਗ ਦਾ ਨੋਟ ਇਮਾਨ ਆ ਜਿਹੜਾ ਉਹਨੂੰ ਫਿੱਕਾ ਪਾ ਦਿੰਦਾ। ਕਈਆਂ ਨੂੰ ਜਿਹੜੀ ਗੱਲ ਹੋਈ ਆ ਵੀ ਆਪਾਂ ਜਦੋਂ ਲੀਡਰ ਚੁਣ ਲਈਦਾ ਨਾ, ਫਿਰ ਉਹਨੂੰ ਨਾ ਕੋਸਿਆ ਕਰੀਏ। ਮੈਂ ਤਾਂ ਹਮੇਸ਼ਾ ਇਹ ਗੱਲ ਕਹਿੰਦਾ, ਹਾਲੇ ਕਿ ਸਾਰੇ ਸੋਚਣਗੇ ਮੈਂ ਇਲੈਕਸ਼ਨ ਲੜ ਰਿਹਾ, ਮੈਂ ਤਾਂ ਕਹਿ ਰਿਹਾ, ਜਦੋਂ ਚੁਣਨਾ ਹੁੰਦਾ ਉਦੋਂ ਸੋਚ ਸਮਝ ਕੇ ਚੁਣ ਲਿਆ ਕਰੀਏ। ਉਦੋਂ ਹਰ ਵੋਟ ਦਾ ਇੱਕ ਮੁੱਲ ਹੁੰਦਾ। ਕੀ ਉਹ ਵੋਟ ਬੱਚੇ ਦੀ ਪੜ੍ਹਾਈ ਲਈ ਆ, ਕੀ ਉਹ ਵੋਟ ਇਲਾਕੇ ਦੇ ਭਲਾਈ ਲਈ ਆ, ਜਾਂ ਉਹ ਵੋਟ ਇੱਕ ਸ਼ਰਾਬ ਦੀ ਬੋਤਲ ਜਾਂ ਇੱਕ ਆਪਣਾ ਪਊਏ ਲਈ, ਜਾਂ ਇੱਕ 2000 ਦੇ ਨੋਟ ਲਈ ਜਾਂ 1000 ਦੇ ਨੋਟ ਲਈ, ਜਾਂ ਉਹ ਕੋਈ ਰਿਸ਼ਤੇਦਾਰੀ ਲਈ ਆ। ਉਹ ਵੋਟ ਦਾ ਮੁੱਲ ਲੋਕਾਂ ਨੂੰ ਡਿਸਾਈਡ ਕਰਨਾ ਪੈਣਾ ਵੀ ਮੇਰੀ ਵੋਟ ਦਾ ਮੁੱਲ ਕੀ ਆ। ਜਿਸ ਦਿਨ ਲੋਕੀ ਇਹ ਸੋਚ ਲੈਣ ਵੀ ਮੇਰੀ ਵੋਟ ਦਾ ਮੁੱਲ ਜਿਹੜਾ ਵਾ ਉਹ ਮੇਰਾ ਬੱਚੇ ਦੀ ਪੜ੍ਹਾਈ ਆ, ਔਰ ਅੱਗੋਂ ਫਿਰ ਲੀਡਰ ਦੀ ਆਪਣੇ ਆਪ ਮਜਬੂਰੀ ਬਣਦੀ ਆ। ਕਿਸਾਨੀ ਅੰਦੋਲਨ ਕੀ ਸੀ? ਸਾਰੇ ਰਾਜਨੀਤਿਕ ਤੌਰ ਤੇ ਵੇਖੋ, ਇੱਕ ਠੀਕ ਹੈ ਇੱਕ ਇਸ਼ੂ ਜ਼ਰੂਰ ਸੀ, ਲੇਕਿਨ ਉੱਥੇ ਲੋਕਾਂ ਨੇ ਮਜਬੂਰ ਕਰਤਾ ਲੀਡਰਾਂ ਨੂੰ ਉਹ ਗੱਲਾਂ ਕਰਨ ਨੂੰ। ਲੋਕਾਂ ਨੂੰ ਮਜਬੂਰ ਕਰਨਾ ਪੈਣਾ। ਮੇਰੀ ਤਾਂ ਇਹੀ ਸਮਝ ਪੈਂਦੀ। ਯੂਥ ਕਾਂਗਰਸ ਦੇ ਪ੍ਰਧਾਨ ਹੋ ਪੰਜਾਬ ਦੇ, ਪੰਜਾਬ ਦੀ ਜਵਾਨੀ ਕਿਹੜੇ ਪਾਸੇ ਨੂੰ ਜਾ ਰਹੀ ਆਪਾਂ ਜਾਣਦੇ ਹਾਂ। ਹੁਣ ਤਾਂ ਨੇਤਾ ਇਹ ਵੀ ਗੱਲ ਕਹਿੰਦੇ ਆਈਲੈਟਸ ਕਰਵਾਵਾਂਗੇ, ਬਾਹਰ ਭੇਜ ਦਿਆਂਗੇ, 10 ਲੱਖ ਰੁਪਈਆ ਦੇਵਾਂਗੇ, ਬਾਹਰ ਚਲੇ ਜਾਓ। ਇਹ ਨਹੀਂ ਕੋਈ ਕਹਿੰਦਾ ਵੀ ਭਾਈ ਪੰਜਾਬ ਦੇ ਵਿੱਚ ਹੀ ਅਸੀਂ ਇਹੋ ਜਿਹੇ ਹਾਲਾਤ ਪੈਦਾ ਕਰ ਦਿਆਂਗੇ ਵੀ ਜਵਾਨੀ ਇੱਥੇ ਰਹਿਣ 'ਚ ਮਾਣ ਮਹਿਸੂਸ ਕਰੋ। ਬਾਹਰ ਜਾ ਕੇ ਉਹਨਾਂ ਨੇ ਮਾਣ ਬਣ ਗਏ ਪੰਜਾਬ ਦਾ, ਇੱਕ ਵੱਖਰੀ ਗੱਲ ਆ। ਇੱਥੇ ਰਹਿ ਕੇ ਆਪਦੀ ਜ਼ਮੀਨ ਨਾਲ ਜੁੜੇ ਰਹਿਣਾ ਵੱਖਰੀ ਗੱਲ ਆ। ਹੈ ਕਾਂਗਰਸ ਇੰਨੇ ਜੋਗੀ ਕੁਝ ਕਰ ਦਿਖਾਊ ਕਿ ਨਹੀਂ? ਬਿਲਕੁਲ ਹੈਗੀ। ਦੇਖੋ ਮੈਂ ਫਿਰ ਜਿਹੜੀ ਤੁਸੀਂ ਗੱਲ ਕਹੀ ਸੀ ਨਾ, ਉਹ ਬੜੀ ਮਾਇਨੇ ਰੱਖਦੀ ਆ ਵੀ ਇੱਕ ਇਕੱਲੀ ਕਾਂਗਰਸ, ਇਕੱਲਾ ਇੱਕ ਚੀਫ ਮਿਨਿਸਟਰ ਇਹ ਚੀਜ਼ਾਂ ਦੇ ਵਿੱਚ ਬਦਲਾਵ ਲਿਆਉਣ 'ਚ ਨਹੀਂ ਹੋਊਗਾ। ਮੀਡੀਆ, ਲੋਕ, ਬਿਊਰੋਕ੍ਰੇਸੀ, ਇਹ ਸਾਰੀਆਂ ਚੀਜ਼ਾਂ ਨੂੰ ਕਿਤੇ ਨਾ ਕਿਤੇ ਰਲ ਮਿਲ ਕੇ ਹੀ ਪੰਜਾਬ ਨੂੰ ਇਸ 'ਚੋਂ ਬਾਹਰ ਕੱਢਣਾ ਪਊਗਾ। ਅਗਰ ਕੋਈ ਸੋਚਦਾ ਨਾ ਵੀ ਸਰਕਾਰ ਲਿਆ ਕੇ ਆਪਾਂ ਸਾਰੇ ਸੋਲੂਸ਼ਨ ਲੱਭ ਲਾਂਗੇ, ਗਲਤ ਸੋਚ ਆ। ਮੇਰੀ ਨਜ਼ਰ ਉਹਦੇ ਵਿੱਚ ਤਾਂ ਗਲਤ ਆ। ਕੋਈ ਸਾਡੇ ਤੋਂ ਵੱਧ ਬੁੱਧੀਜੀਵੀ ਹੋਣ, ਤੁਸੀਂ ਬਹੁਤ ਜਿਵੇਂ ਸੋਚ ਰੱਖਦੇ ਹੋ ਇਸ ਹਿਸਾਬ ਨਾਲ, ਸ਼ਾਇਦ ਹੋ ਸਕਦਾ ਵੇ, ਲੇਕਿਨ ਮੇਰੇ ਹਿਸਾਬ ਨਾਲ ਸਰਕਾਰ ਦੇ ਵੱਸ ਦੇ ਇਕੱਲਿਆਂ ਦੀ ਗੱਲ ਨਹੀਂ ਹੈਗੀ। ਇਹ ਤਾਂ ਓਪੋਜੀਸ਼ਨ ਦਾ ਵੀ ਬਕਾਇਦਾ ਦਾ ਰੋਲ ਆ। ਹਰੇਕ ਨੂੰ ਇਸ ਚੀਜ਼ ਨੂੰ ਸੋਚਣਾ ਪਊਗਾ ਵੀ ਵੋਟਾਂ ਨੂੰ ਛੱਡ ਕੇ, ਵੋਟ ਬੈਂਕ ਪੋਲਿਟਿਕਸ ਛੱਡ ਕੇ ਆਪਾਂ ਸਟੇਟਸਮੈਨਸ਼ਿਪ ਜਿਹਨੂੰ ਕਹਿੰਦੇ ਆ, ਜਦੋਂ ਬੰਦਾ ਇਹ ਸੋਚੂਗਾ ਯਾਰ ਇਲੈਕਸ਼ਨ ਹਾਰ ਜਾ ਪਰ ਪੰਜਾਬ ਨੂੰ ਦਾਗ ਨਹੀਂ ਲੱਗਣ ਦੇਣਾ, ਕੋਈ ਗੱਲ ਨਹੀਂ, 4 ਬੰਦੇ ਨਾਰਾਜ਼ ਹੋਣਗੇ, 10 ਸਾਲਾਂ ਦਾ ਪਲਾਨ ਬਣ ਕੇ ਇਹ ਕੋਈ ਇਨਸਟੈਂਟ ਰਾਤੋਂ ਰਾਤ ਸੋਲੂਸ਼ਨ ਨਹੀਂ ਨਿਕਲਣੇ। ਸੋ ਜੋ ਤੁਸੀਂ ਗੱਲ ਕਹਿ ਰਹੇ ਹੋ ਬਾਈ ਜੀ ਵੀ ਆਈਲੈਟਸ ਕਰਕੇ ਬਾਹਰ ਜਾਂਦੇ ਆ, ਜਾਂ ਨੌਜਵਾਨੀ ਦਾ ਜੋ ਘਾਣ ਹੋ ਰਿਹਾ ਵਾ, ਉਹ ਇੱਕ ਰਾਤ ਵਿੱਚ ਨਹੀਂ ਹੋਇਆ, ਇੱਕ ਸਾਲ 'ਚ ਨਹੀਂ ਹੋਇਆ, ਇੱਕ ਸਰਕਾਰ 'ਚ ਨਹੀਂ ਹੋਇਆ। ਸਿਸਟਮੈਟਿਕ ਡਿਟੋਰੇਸ਼ਨ ਹੋਈ ਆ। ਉਹਨੂੰ ਇੱਕ ਸਿਸਟਮੈਟਿਕ ਤਰੀਕੇ ਨਾਲ ਹੀ ਕੱਢਿਆ ਜਾ ਸਕਦਾ। ਹੁਣ ਉਹਦੇ ਸੋਲੂਸ਼ਨਸ ਕੀ ਆ, ਕਿਵੇਂ ਨਿਕਲਣਾ ਵਾ, ਇਹਦੇ ਤੇ ਵਿਚਾਰ ਚਰਚਾਵਾਂ ਵਾਧੂ ਹੋਣੀਆਂ ਚਾਹੀਦੀਆਂ। ਔਰ ਜਿਸ ਦਿਨ ਪਾਲਿਸੀ ਓਰੀਐਂਟਡ ਵਿਧਾਨ ਸਭਾ ਦੇ ਵਿੱਚ ਡਿਸਕਸ਼ਨਸ ਦੇ ਵਿੱਚ ਇਸ ਮੁੱਦਿਆਂ ਦੇ ਉੱਤੇ ਬਹਿਸ ਬਣ ਕੇ ਇਸ ਪਾਲਿਸੀ ਵੱਲ ਨੂੰ ਤੋਰਾਂਗੇ, ਫਿਰ ਕਿਤੇ ਹੱਲ ਹੋਊਗਾ। ਹੁਣ ਕੋਈ ਕਹਿੰਦੇ 10 ਲੱਖ ਦੇ ਦੂਗਾ, ਕੋਈ ਕਹਿੰਦੇ ਮੈਂ ਕਾਲਜ ਖੋਲ੍ਹ ਦੂੰਗਾ, ਉਹ ਫਿਰ ਉਹੀ ਢਾਂਚੇ ਖੜੇ ਹੋ ਜਾਣਗੇ, ਬੁਨਿਆਦ ਨਹੀਂ ਬਣੀ ਹੋਊਗੀ। ਤੁਹਾਡੇ ਕਹਿਣ ਦਾ ਭਾਵ ਇਹ ਵੀ ਸਾਡੇ ਕੋਲ ਸਾਧਨ ਹੀ ਹੈ ਨਹੀਂ, ਐਦਾਂ ਕਿਵੇਂ ਚੀਜ਼ਾਂ ਦੇ ਦਾਂਗੇ? ਜੀ ਦੇਖੋ, ਤਰਾਸ਼ਦੀ ਇਹੀ ਆ, ਜਿਹੜਾ ਕੋਈ ਕਹਿੰਦਾ ਮੈਂ ਉਹ ਮਾਫੀਆ ਬੰਦ ਕਰਕੇ ਪੈਸੇ ਇੱਧਰੋਂ ਲੈ ਆਊਂਗਾ, ਕੋਈ ਕਹਿੰਦਾ ਵੀ ਮੈਂ ਫਾਈਨੈਂਸ਼ੀਅਲ ਇੱਥੋਂ ਹਾਲਾਤ ਲੈ ਆਊਂਗਾ। ਅਲਟੀਮੇਟਲੀ ਤਾਂ ਅਗਰ ਕਿਸੇ ਬੁੱਧੀਜੀਵੀ ਨੂੰ ਸੁਣੋ ਤੇ ਐਗਰੀਕਲਚਰ ਬੇਸਡ ਆਪਣੀ ਪੰਜਾਬ ਦੀ ਸੁਸਾਇਟੀ ਹੈਗੀ ਆ, ਔਰ ਇੰਡਸਟਰੀਲਾਈਜੇਸ਼ਨ ਦਾ ਜ਼ਮਾਨਾ ਵਾ, ਐਗਰੋ ਇੰਡਸਟਰੀ ਬੇਸਡ ਕੋਈ ਸੋਲੂਸ਼ਨਸ ਦੇ ਦਿੰਦੇ ਆ। ਸੋ ਮੇਰੇ ਕੋਲ ਤਾਂ ਇਹਦਾ ਹਾਲੇ, ਮੈਂ ਇਹ ਕਹਾਂ ਵੀ ਇੱਡਾ ਮੈਂ ਬੁੱਧੀਜੀਵੀ ਨਹੀਂ ਹੈਗਾ ਵੀ ਮੈਂ ਇਹਦੇ ਸੋਲੂਸ਼ਨ ਕੱਢ ਕੇ ਦੇ ਦਾਂ, ਲੇਕਿਨ ਇਹ ਸਾਰਿਆਂ ਬੰਦਿਆਂ ਨੂੰ ਸਿਰ ਜੋੜ ਕੇ ਬੈਠਣਾ ਪੈਣਾ।
ਪਰ ਤੁਸੀਂ ਗੱਲ ਕੀਤੀ ਹੈ ਵੀ ਸੱਚੀ ਮੁੱਚੀ ਪੰਜਾਬ ਦੇ ਉਹਨੇ ਆਰਥਿਕ ਮਜ਼ਬੂਤੀ ਵਾਲੇ ਹਾਲਾਤ ਨਹੀਂ। ਤੁਹਾਡੀ ਪਾਰਟੀ ਦੇ ਪ੍ਰਧਾਨ ਸਾਹਿਬ ਤਾਂ ਇਹ ਗੱਲ ਕਹਿੰਦੇ ਇੱਕ ਵਾਰੀ ਮੌਕਾ ਦਿਓ, ਔਰਤਾਂ ਦੇ ਖਾਤੇ 'ਚ 2-2 ਹਜ਼ਾਰ ਰੁਪਈਆ ਪਾ ਦਿਆਂਗੇ, 5ਵੀਂ ਪਾਸ ਕਰਨ ਵਾਲੀਆਂ ਕੁੜੀਆਂ ਦੇ ਖਾਤੇ 'ਚ 5-5 ਹਜ਼ਾਰ, ਸਕੂਟਰੀ ਦਿਆ ਕਰਾਂਗੇ ਕਿ ਕੀ ਕਰਕੇ ਅੱਗੇ ਨਿਕਲ ਜਾ ਕਰਨਗੀਆਂ ਧੀਆਂ ਭੈਣਾਂ। ਫਿਰ ਪੈਸੇ ਕਿੱਥੋਂ ਆਉਣਗੇ? ਕੋਈ ਅਲਾਦੀਨ ਦਾ ਚਿਰਾਗ ਤਾਂ ਨਹੀਂ ਆ ਗਿਆ ਕਾਂਗਰਸ ਕੋਲੇ ਰਗੜਨਗੇ ਹੁਕਮ ਮੇਰੇ ਆਕਾ ਜਿੰਨ ਕਹੂਗਾ। ਦੇਖੋ ਪੈਸੇ ਕਹਿਣਾ ਵੀ ਹੈ ਹੀ ਨਹੀਂ, ਇਹ ਵੀ ਗਲਤ ਆ। ਹੁਣ ਤੱਕ ਤਾਂ ਮਨਪ੍ਰੀਤ ਸਿੰਘ ਬਾਦਲ ਇਹੀ ਕਹਿੰਦੇ ਆ, ਨਹੀਂ, ਲੋਕ ਕਹਿੰਦੇ ਖਜ਼ਾਨਾ ਕਾ ਤੋਂ ਪੀਪਾ ਖੋ ਇਹਨੂੰ ਖਾਲੀ। ਮਨਪ੍ਰੀਤ ਸਿੰਘ ਬਾਦਲ, ਉਸ ਤੋਂ ਪਹਿਲਾਂ ਢੀਂਡਸਾ ਸਾਹਿਬ, ਅੱਗੇ ਅਗਲੇ ਖਜ਼ਾਨਾ ਮੰਤਰੀ ਹੋਣਗੇ। ਖਜ਼ਾਨਾ ਮੰਤਰੀਆਂ ਦਾ ਤਾਂ ਇਹੀ ਰਾਗ ਰਹਿਣਾ, ਜਦੋਂ ਘਰ ਦੀ ਹੁੰਦੀ ਨਾ, ਜਿਹੜਾ ਪਿਓ ਹੁੰਦਾ ਜਾਂ ਘਰ ਦਾ ਜਿਹੜਾ ਆਪਣਾ ਮਤਲਬ ਕਹਿ ਲਓ ਜਿਹੜਾ ਮੁਨੀਮ ਹੁੰਦਾ, ਉਹਨੇ ਹਮੇਸ਼ਾ ਹੀ ਕਹਿ ਜਾਣਾ ਉਹ ਮੇਰੇ ਕੋਲ ਹੈ ਨਹੀਂ ਪੈਸੇ, ਮੰਗੋ ਹੀ ਨਾ ਮੇਰੇ ਤੋਂ। ਲੇਕਿਨ ਪੈਸੇ ਹੁੰਦੇ ਆ, ਮਤਲਬ ਕੰਜੂਸ ਨੇ ਥੋੜੇ ਜਿਹੇ। ਕੰਜੂਸੀ ਵੀ ਆ ਔਰ ਇੱਕ ਵਿਜ਼ਨ ਵੀ ਆ। ਦੇਖੋ ਅਗਰ ਜ਼ਰੂਰਤਾਂ ਇੰਨੀਆਂ ਜ਼ਿਆਦਾ, ਜ਼ਰੂਰਤਾਂ ਦੀ ਮਤਲਬ ਮੁਸ਼ਕਲਾਂ ਦੀ ਵੀ ਉਹ ਨਹੀਂ ਹੈਗੀ ਔਰ ਜ਼ਰੂਰਤਾਂ ਵੀ ਨਹੀਂ ਆ। ਅੱਜ ਟੈਟ ਪਾਸ ਟੀਚਰ ਕਹਿ ਲਓ, ਤੁਸੀਂ ਕੱਚੇ ਮੁਲਾਜ਼ਮ ਕਹਿ ਲਓ, ਬਹੁਤ ਕੁੱਟ ਪਈ ਉਹਨਾਂ ਵਿਚਾਰਿਆਂ ਦੀ। ਮੈਂ ਕਹਿੰਦਾ ਕੁੱਟ ਸਾਡੇ ਵੀ ਬਹੁਤ ਪਈ ਬੜੀ ਵਾਰ। ਕੁੱਟ ਚੋਂ ਹੀ ਚੀਜ਼ਾਂ ਪਰ ਕੁੱਟ ਦੇ ਚੱਕਰ 'ਚ ਓਵਰਏਜ ਹੋ ਜਾਂਦੇ ਵਿਚਾਰੇ, ਓਵਰ ਹੋ ਜਾਂਦੇ। ਦੇਖੋ ਮੈਂ ਉਹੀ ਕਹਿ ਰਿਹਾ, ਤੁਸੀਂ ਜਿੰਨੇ ਮਰਜ਼ੀ ਮੁੱਦੇ ਕੱਢ ਲਓ, ਬਹੁਤ ਪ੍ਰੋਬਲਮਸ ਆ। ਸੋਲੂਸ਼ਨ ਕੀ ਹੈਗਾ? ਯੂਥ ਦੇ ਪ੍ਰਧਾਨ ਨੂੰ ਤੁਸੀਂ, ਤੁਹਾਡੇ ਕਈ ਆੜੀਆਂ ਦੀਆਂ ਟਿਕਟਾਂ ਕੱਟੀਆਂ ਗਈਆਂ, ਮਨ ਤੇ ਸੱਟ ਜੀ ਵੱਜੀ ਕਿ ਨਹੀਂ ਵੱਜੀ? ਕਿੰਨੀ ਕੁ? ਹੱਥ ਲਾ ਕੇ ਵੇਖੋ, ਪਤਾ ਚੱਲ ਜੇ ਸ਼ਾਇਦ, ਪਰ ਇਹ ਕੋਈ ਸੱਟ ਕਿਹੜਾ ਦੱਸੀ ਜਾ ਸਕਦੀ। ਬਿਲਕੁਲ ਸਹੀ, ਵੱਜੀ ਤਾਂ ਹੈ, ਤਕਲੀਫ ਵੀ ਹੋਈ। ਤੁਹਾਡੀ ਪੇਸ਼ ਨਹੀਂ ਚੱਲੀ ਜਾਂ ਕਾਂਗਰਸ ਦਾ ਕਲਚਰ ਹੀ ਇਹੋ ਜਿਹਾ ਵੀ ਜਿਵੇਂ ਸੂਤ ਲੱਗਾ ਉਵੇਂ ਚੱਲੂ? ਨਹੀਂ, ਜਿਵੇਂ ਮੈਨੂੰ ਮਿਲੀ ਉਦੋਂ ਵੀ ਕਿਸੇ ਦੇ ਸੱਟ ਵੱਜੀ ਹੋਣੀ। ਸੋ ਇਹ ਤਾਂ ਜ਼ਿੰਦਗੀ ਦੇ ਵਿੱਚ ਟਿਕਟਾਂ ਤੋਂ ਬਾਅਦ ਹਤਾਸ਼ ਨਹੀਂ ਹੋਣਾ। ਮੈਂ ਉਸ ਸਾਥੀ ਨੂੰ ਵੀ ਕਹਿੰਦਾ, ਆਪਣੇ ਨੂੰ ਵੀ, ਨਿਰਾਸ਼ ਨਹੀਂ ਹੋਣਾ। ਮਰਦਾਂ ਵਾਂਗੂ ਲੜਾਈ ਲੜੀ ਆ, ਅੱਗੇ ਵੀ ਮਰਦਾਂ ਵਾਂਗੂ ਲੜਨੀ। ਇਹ ਜਿਹੜੀ ਰਾਜਨੀਤੀ ਆ, ਇਹਦੇ ਵਿੱਚ ਪਤਾ ਨਹੀਂ ਕਦੋਂ ਕਿਹਦੀ ਗੁੱਡੀ ਕਿੱਥੇ ਚੜ੍ਹ ਜਾਣੀ। ਪਰ ਰਾਜਨੀਤੀ ਦੇ ਵਿੱਚ ਖਾਸ ਕਰਕੇ ਹੁਣ ਕਾਂਗਰਸ ਦੇ ਵਿੱਚ ਮਸ਼ਹੂਰ ਬੰਦਿਆਂ ਨੂੰ ਫੌੜੀਆਂ ਬਣਾ ਕੇ ਅੱਗੇ ਵਧਣਾ ਚਾਹੁੰਦੀ ਆ। ਸਹੀ ਗੱਲ ਆ। ਸੋਨੂ ਸੂਦ ਦੀ ਭੈਣ ਨੂੰ ਟਿਕਟ ਮਿਲੀ, ਸਿੱਧੂ ਮੂਸੇਵਾਲੇ ਨੂੰ ਟਿਕਟ ਮਿਲੀ, ਹੋਰ ਪਤਾ ਨਹੀਂ ਕਿਹਨੂੰ ਮਿਲ ਜਾਵੇ ਜਾਂ ਮਿਲਦੀ ਰਹੀ ਆ। ਮੰਨਦੇ ਹੋ ਕਿ ਸੈਲੀਬ੍ਰਿਟੀ ਲੋਕ ਆ ਜਿਹੜੇ ਉਹ ਕਿਸੇ ਪਾਰਟੀ ਦਾ ਪਾਰ ਉਤਾਰਾ ਕਰਦੇ ਆ? ਸੈਲੀਬ੍ਰਿਟੀ ਕਾਹਦੇ ਸੈਲੀਬ੍ਰਿਟੀ? ਮਤਲਬ ਮੈਂ ਕਹੂੰਗਾ ਸੈਲੀਬ੍ਰਿਟੀ ਕੌਣ ਆ ਜਿਹਨੂੰ ਆਪਾਂ ਸੈਲੀਬ੍ਰੇਟ ਕਰੀਏ। ਮੇਰੀ ਤਾਂ ਇੱਕ ਸੋਚ ਬਣਦੀ ਆ ਵੀ ਸੈਲੀਬ੍ਰਿਟੀ ਇਹ ਤਮਾਸ਼ਾ ਨਹੀਂ ਆ। ਨਵਜੋਤ ਸਿੰਘ ਸਿੱਧੂ ਕਹਿੰਦੇ 10 ਕਰੋੜ ਫਾਲੋਅਰ ਆ ਸਿੱਧੂ ਮੂਸੇਵਾਲੇ ਦੇ। ਐਵੇਂ ਥੋੜੀ ਕਹਿੰਦਾ ਜੱਟਾ ਸ਼ਰੇਆਮ ਧੱਕਾ ਕਰਦਾ ਕਰ ਗਿਆ। ਸਨੀ ਲਿਓਨ ਮੋਸਟ ਉਹ ਆਪਣਾ ਕੀ ਕਹਿੰਦੇ ਸਰਚਡ ਗੂਗਲ ਦੇ ਉੱਤੇ। ਕਿਸੇ ਦੇ ਫਾਲੋਅਰ, ਕਿਸੇ ਦੇ ਲਾਈਕਸ, ਕਿਸੇ ਦੀ ਪਪੂਲੈਰਿਟੀ ਦਾ ਜਰੀਆ ਨਹੀਂ ਹੈਗਾ। ਮੈਂ ਇਸ ਕਰਕੇ ਗੱਲ ਕਰ ਰਿਹਾ ਵੀ ਆਪਾਂ ਤਮਾਸ਼ਾ ਔਰ ਰੀਅਲ ਪੋਲਿਟਿਕਸ ਇਹਦੇ ਵਿੱਚ ਡਿਫਰੈਂਸ ਕਰਨਾ ਚਾਹੀਦਾ। ਠੀਕ ਆ, ਹਰੇਕ ਦਾ ਇੱਜ਼ਤ ਆ, ਹਰੇਕ ਦਾ ਕਿਰਦਾਰ ਆ, ਹਰੇਕ ਦਾ ਅਸੀਂ ਇਹ ਕਹਿ ਸਕਦੇ ਹਾਂ ਇੱਕ ਪਰਸਨੈਲਿਟੀ ਆ। ਹਰੇਕ ਨੂੰ ਤੁਸੀਂ ਇਸ ਲਾਈਕਸ ਔਰ ਇਹਦੇ ਵਿੱਚ ਤੋਲਣਾ ਵਾ ਤੇ ਫਿਰ ਤਾਂ ਪਪੂਲਰ ਤਾਂ ਆਪਾਂ ਨੂੰ ਪਤਾ ਹੀ ਆ ਕੌਣ ਕੌਣ ਆ ਇਹਨਾਂ ਦੇ ਮੈਂ ਨਾਂ ਲੈ ਰਿਹਾ। ਫਿਰ ਤਾਂ ਪਪੂਲੈਰਿਟੀ ਦੇ ਹਿਸਾਬ ਨਾਲ ਔਰ ਲਾਈਕਸ ਦੇ ਹਿਸਾਬ ਨਾਲ ਔਰ ਵਿਊਜ਼ ਦੇ ਹਿਸਾਬ ਨਾਲ ਫਿਰ ਇਹੀ ਸਭ ਕੁਝ ਠੀਕ ਆ। ਫਿਰ ਤਾਂ ਪ੍ਰਕਾਸ਼ ਸਿੰਘ ਬਾਦਲ ਦਾ ਫੇਸਬੁੱਕ ਪੇਜ ਹੀ ਨਹੀਂ ਹੈਗਾ, ਫਿਰ ਪ੍ਰਕਾਸ਼ ਸਿੰਘ ਬਾਦਲ ਪਪੂਲਰ ਨਹੀਂ ਹੈਗਾ। ਕਈ ਆਪਣਾ ਕੀ ਕਹਿੰਦੇ ਇੰਟੈਲੈਕਚੁਅਲ ਬੰਦਿਆਂ ਦੇ ਅੱਜ ਤੱਕ ਕਦੀ ਫੇਸਬੁੱਕ ਸੋਸ਼ਲ ਮੀਡੀਆ ਤੇ ਨਹੀਂ ਹੈਗੇ। ਕੀ ਉਹ ਆਪਣਾ ਉਹ ਬੰਦੇ ਨਹੀਂ ਹੈਗੇ? ਕੀ ਉਹਨਾਂ ਦੇ ਮਾਪਦੰਡ ਦਾ ਆਹੀ ਇੱਕ ਤੋੜ ਰਹਿ ਗਿਆ? ਇਹ ਕੋਈ ਆਪਣਾ ਕੀ ਕਹਿੰਦੇ ਮਾਪਦੰਡ ਔਰ ਇਹ ਕੋਈ ਤੁਸੀਂ ਵੀ ਵਿਰੋਧਤਾ ਕੀਤੀ ਸੀ। ਜਸਪਿੰਦਰ ਸਿੰਘ ਚਹਿਲ ਤੁਹਾਡੇ ਮਿੱਤਰ ਵੀ ਨੇ, ਜ਼ਿਲ੍ਹੇ ਦੇ ਯੂਥ ਪ੍ਰਧਾਨ ਵੀ ਨੇ ਮਾਨਸਾ ਤੋਂ। ਤੁਸੀਂ ਉਹਨਾਂ ਦੇ ਹੱਕ ਦੇ ਵਿੱਚ ਰੈਲੀ ਨੂੰ ਵੀ ਸੰਬੋਧਨ ਕਰਨ ਗਏ, ਉੱਥੇ ਵੰਗਾਰ ਦਿੱਤੀ ਸੀ ਤੁਸੀਂ ਕਿ ਜੇਕਰ ਇਹਨਾਂ ਨੌਜਵਾਨਾਂ ਦਾ ਹੱਕ ਖੋਇਆ ਜਿਨ੍ਹਾਂ ਨੇ ਕੰਮ ਕੀਤਾ ਤੇ ਫਿਰ ਅਸੀਂ ਚੁੱਪ ਨਹੀਂ ਬੈਠਾਂਗੇ, ਅਸੀਂ ਵੀ ਕੁਛ ਨਾ ਕੁਛ ਹੱਲਾ ਭੱਲਾ ਕਰਾਂਗੇ। ਫਿਰ ਕੁਛ ਸੋਚਿਆ ਜੀ ਕਿ ਹੁਣ ਮਿਲ ਗਈ ਸਿੱਧੂ ਮੂਸੇਵਾਲੇ ਨੂੰ, ਜਸਪਿੰਦਰ ਹੋਰੀ ਤਾਂ ਵਿਰੋਧ ਕਰਨ ਗਈ, ਨਾਜਰ ਸਿੰਘ ਮਾਨਸ਼ੀਏ ਨੇ ਵੀ ਝੰਡਾ ਚੱਕ ਲਿਆ ਵਿਰੋਧਤਾ ਵਾਲਾ। ਕੀ ਲੱਗਦਾ ਤੁਹਾਨੂੰ? ਮੈਂ ਦੇਖੋ ਇੱਕ ਬੰਦਾ ਕੋਈ ਏਡਾ ਵੱਡਾ ਨਹੀਂ ਹੁੰਦਾ ਵੀ, ਜਾਂ ਕੋਈ ਵੀ ਇਨਸਾਨ ਏਡਾ ਵੱਡਾ ਨਹੀਂ ਹੁੰਦਾ ਵੀ ਉਹ ਆਪਣੇ ਆਪ ਨੂੰ ਮਤਲਬ ਲਾਰਜਰ ਦੈਨ ਸਭ ਕੁਝ ਸਮਝੀ ਜਾਵੇ। ਜਸਪਿੰਦਰ, ਨਾਜਰ ਸਿੰਘ ਉਹ ਇੱਕ ਸੀਟ ਤੇ ਵਿਰੋਧ ਆ, ਹੋਰ ਵੀ ਬਹੁਤ ਸੀਟਾਂ ਤੇ ਵਿਰੋਧ ਆ।
ਪਰ ਅਸਲ ਟੈਸਟ ਤਾਂ ਹੁਣ ਸ਼ੁਰੂ ਹੁੰਦਾ। ਅਸਲ ਟੈਸਟ ਪਹਿਲੋਂ ਚੁਣਾਵ ਜਿੱਤਣਾ ਔਰ ਚੁਣਾਵ ਜਿੱਤਣ ਤੋਂ ਬਾਅਦ ਦੁਬਾਰਾ ਲੜਨਾ। ਸਾਡੇ ਇੱਥੋਂ ਸੰਦੋਆ ਸਾਹਿਬ ਦੀ ਟਿਕਟ ਕੱਟਤੀ, ਬਹੁਤ ਮਾਰਜਨ ਤੇ ਜਿੱਤੇ ਸੀ। ਕਿਉਂ ਕੱਟੀ ਗਈ, ਕੀ ਕੱਟੀ ਗਈ, ਉਹ ਪਾਰਟੀ ਦੱਸੇ। ਬੰਦਿਆਂ ਨੂੰ ਵਰਤ ਕੇ ਮੇਰੇ ਹਿਸਾਬ ਨਾਲ ਰਾਜਨੀਤੀ ਤੌਰ ਦੇ ਉੱਤੇ ਵੀ ਇਹ ਇਸ ਕਿਰਦਾਰ ਦੇ ਨਾਲ ਸਨੀ ਦਿਓਲ ਆਏ ਸੀ। ਅੱਜ ਕਿੱਥੇ ਆ ਸਨੀ ਦਿਓਲ? ਬਿਲਕੁਲ ਗੱਲ ਸਹੀ ਆ। ਭਾਜਪਾ ਨੇ ਸਨੀ ਦਿਓਲ, ਤੁਸੀਂ ਕਹਿੰਦੇ ਵੀ ਸਾਡੇ ਵਾਲੇ ਭਾਵੇਂ ਸਨੀ ਲਿਆਉਣ ਹੈ। ਨਹੀਂ, ਮੈਂ ਨਹੀਂ ਕਹਿੰਦਾ ਅਸੀਂ ਲੈਣ ਸਨੀ ਲਿਆਉਣ। ਤੁਸੀਂ ਕਹਿੰਦੇ ਸੀਗੇ ਵੀ ਉਹ ਪਪੂਲੈਰਿਟੀ ਔਰ ਸਰਚ। ਮੈਂ ਗੂਗਲ ਤੇ ਆ ਪਿੱਛੇ ਜਿਹੇ ਆਰਟੀਕਲ ਸੀ ਮੋਸਟ ਸਰਚਡ ਆਓ, ਤੇ ਫਿਰ ਇਹਦੇ ਮਤਲਬ ਵੀ ਜਿਹਨੂੰ ਬੰਦਾ ਬਹੁਤ ਦੇਖ ਰਿਹਾ ਹੋਊਗਾ, ਕੋਈ ਸਰਚ ਕਰ ਰਿਹਾ ਹੋਊਗਾ, ਤੇ ਉਹਦੇ ਨਾਲ ਆਪਾਂ ਇਲੈਕਸ਼ਨ ਲੜਾ ਦਾਂਗੇ। ਆਹ ਮਾਪਦੰਡ ਨਹੀਂ ਆ ਨਾ। ਫਿਰ ਆਈਡੀਓਲੋਜੀ, ਕਾਡਰ, ਠੀਕ ਆ, ਪਪੂਲੈਰਿਟੀ ਕਿਤੇ ਨਾ ਕਿਤੇ ਚਾਹੀਦੀ ਆ, ਕਿਤੇ ਨਾ ਕਿਤੇ ਲੋੜ ਆ, ਲੇਕਿਨ ਅਗਰ ਇਹ ਮਾਪਦੰਡ ਆ ਤੇ ਫਿਰ ਰਾਜਨੀਤੀ ਦੇ ਵਿੱਚ ਜਿਹੜੀਆਂ ਤੁਸੀਂ ਪਹਿਲਾਂ ਗੱਲਾਂ ਕਰ ਰਹੇ ਸੀ, ਚਿੱਕੜ 'ਚੋਂ ਗੱਡਾ ਕੱਢਣਾ ਵਾ, ਮੁੰਡੇ ਬਾਹਰ ਜਾ ਰਹੇ ਆ, ਆਹ ਸਾਰੀਆਂ ਗੱਲਾਂ ਦਾ ਫਿਰ ਕੀ ਅੰਤਰ ਰਹਿ ਜਾਊਗਾ? ਫਿਰ ਉਹ ਆਪਣੇ ਫੀਲਡ ਦੇ ਵਿੱਚ ਮਾਸਟਰ ਆ, ਉਹਨਾਂ ਦੀ ਇੱਜ਼ਤ ਆ। ਉਹ ਜੋ ਕਰ ਰਹੇ ਆ ਉਹਨਾਂ ਨੂੰ ਅਸੀਂ ਇਹ ਕਹਿੰਦੇ ਆ, ਜਿਸਕਾ ਕੰਮ ਉਸੇ ਕੋ ਸਾਜੇ। ਬਹੁਤ ਵਧੀਆ ਕੰਮ ਹੋ ਸਕਦਾ, ਕਿਸੇ ਦਾ ਕੋਈ ਆਪਣੀ ਫੀਲਡ ਦਾ ਮਾਸਟਰ ਹੋ ਸਕਦਾ। ਰਾਜਨੀਤੀ ਵਿੱਚ ਵੀ ਸਭ ਦਾ ਵੈਲਕਮ ਆ, ਰਾਜਨੀਤੀ ਵੱਖਰੇ ਵੱਖਰੇ ਲੋਕਾਂ ਦਾ ਮੇਲ। ਲੇਕਿਨ ਬਾਈ ਜੀ ਆਹ ਕੰਮ ਨਹੀਂ ਹੋਣਾ ਚਾਹੀਦਾ ਨਾ ਵੀ ਤੁਸੀਂ ਇਹਨੂੰ ਰਾਜਨੀਤੀ ਦੇ ਵਿੱਚ ਕਿਉਂ ਨਹੀਂ ਆਪਾਂ ਐਕਸਪਰਟਸ ਆ ਸਕਦੇ। ਰਾਜਨੀਤੀ ਵਿੱਚ ਯੂਨੀਵਰਸਿਟੀਆਂ 'ਚੋਂ ਜਿਹੜੇ, ਮੈਂ ਇਸ ਕਰਕੇ ਇਸ ਗੱਲ ਨੂੰ ਕਰਦਾ, ਯੂਨੀਵਰਸਿਟੀਆਂ 'ਚੋਂ ਬਹੁਤ ਮੁੰਡੇ ਰਾਜਨੀਤੀ 'ਚੋਂ ਨਿਕਲੇ, ਬਹੁਤ ਘੱਟ ਪਾਰਟੀਆਂ ਨੇ ਉਹਨਾਂ ਨੂੰ ਮੌਕਾ ਦਿੱਤਾ। ਆਮ ਆਦਮੀ ਨੇ ਟਿਕਟਾਂ ਕੱਟੀਆਂ, ਜਿਹੜੇ ਯੂਨੀਵਰਸਿਟੀਆਂ ਦੇ ਮੁੰਡੇ ਸੀ, ਜਿਹੜੇ ਇਲੈਕਸ਼ਨਾਂ ਲੜੇ ਸੀ, ਓਵਰ ਸੈਲੈਬ੍ਰਿਟੀਜ਼। ਅਕਾਲੀ ਦਲ ਨੇ ਓਵਰ ਪਰਿਵਾਰਵਾਦ ਮੁੰਡਿਆਂ ਦੀ ਟਿਕਟਾਂ ਕੱਟੀਆਂ। ਕਾਂਗਰਸ ਨੇ ਮੌਕਾ ਵੀ ਦਿੱਤਾ। ਹੀ ਕਾਂਗਰਸ ਨੇ ਜ਼ਰੂਰ ਇੱਕ, ਜਿਨ੍ਹਾਂ ਨੂੰ ਤੁਸੀਂ ਸੋ ਕਾਲਡ ਸੈਲੈਬ੍ਰਿਟੀਜ਼ ਆਪਾਂ ਕਹਿ ਰਹੇ ਆ, ਉਹਨਾਂ ਨੂੰ ਵੀ ਮੌਕਾ ਦਿੱਤਾ। ਠੀਕ ਆ, ਇੱਕ ਉਹ ਚੀਜ਼ ਆ। ਲੇਕਿਨ ਜਸਪਿੰਦਰ ਦਾ ਸਾਡਾ ਹੱਕ ਬਣਦਾ ਸੀ ਉਹਦੀ ਟਿਕਟ ਮੰਗਣਾ। ਅਸੀਂ ਉਹਦੀ ਟਿਕਟ ਮੰਗਣੀ ਸੀ ਔਰ ਅਸੀਂ ਮੰਗੀ, ਔਰ ਨਹੀਂ ਮਿਲੀ। ਅਸੀਂ ਉਹਦਾ ਕੋਈ ਵਿਰੋਧ ਥੋੜਾ ਕੀਤਾ। ਠੀਕ ਆ, ਪਾਰਟੀ ਦਾ ਫੈਸਲਾ ਵਾ, ਮਨਜ਼ੂਰ ਆ, ਅੱਗੇ ਰਿਜ਼ਲਟ ਵੇਖਾਂਗੇ। ਲੇਕਿਨ ਇਹਦਾ ਇਹ ਮਤਲਬ ਨਹੀਂ ਆ ਵੀ ਰਾਜਨੀਤੀ ਇੰਨਾ ਤੱਕ ਸੀਮਿਤ ਰਹਿ ਜੂਗੀ। ਰਾਜਨੀਤੀ ਬਹੁਤ ਵੱਡੀ ਆ, ਚਰਨਜੀਤ ਸਿੰਘ ਚੰਨੀ ਆ। ਪਰ ਲੇਕਿਨ ਹਾਂ, ਇਹ ਕਹਿਣਾ ਜ਼ਰੂਰ ਚਾਹੂੰਗਾ, ਸ਼ੋਮੈਨਸ਼ਿਪ, ਇਵੈਂਟ ਮੈਨੇਜਮੈਂਟ, ਇਹ ਨਵੀਆਂ ਚੀਜ਼ਾਂ ਆ ਗਈਆਂ ਰਾਜਨੀਤੀ 'ਚ। ਮੈਂ ਤਾਂ ਅਸੀਂ ਬਹੁਤ ਛੋਟਾ ਮਾਰ ਅੱਜ ਵੀ ਸਿੱਖ ਰਹੇ ਹਾਂ ਇਹ ਚੀਜ਼ਾਂ ਨੂੰ। ਲੇਕਿਨ ਅਸੀਂ ਆਪਣੇ ਆਪ ਦੇ ਵਿੱਚ ਵੀ ਬਹੁਤ ਚੇਂਜ ਵੇਖਿਆ ਇਹ ਫੇਜ਼ਸ ਵਿੱਚ। ਤੁਸੀਂ ਵੀ ਵੇਖਿਆ ਹੋਣਾ ਬਤੌਰ ਜਰਨਲਿਸਟ। ਬਿਲਕੁਲ ਸਹੀ। ਤੁਸੀਂ ਰਾਜਨੀਤੀ ਕਿਵੇਂ ਬਦਲੀ, ਕਿਸ ਤਰੀਕੇ ਨਾਲ ਮੈਂ ਤਾਂ ਰਾਜਨੀਤੀ ਨੂੰ ਈਸੀਜੀ ਦੀਆਂ ਲਾਈਨਾਂ ਵਾਂਗੂ ਸਮਝਦਾ। ਥੱਲੇ ਨੂੰ ਆਉਂਦੀ ਤਾਂ ਨੂੰ ਜਾਂਦੀ, ਥੱਲੇ ਨੂੰ ਆਉਂਦੀ, ਇੱਦਾਂ ਸੋਚਣਾ। ਹਾਂ ਠੀਕ ਆ ਰਾਜਨੀਤੀ, ਲੇਕਿਨ ਇਲੈਕਸ਼ਨ ਲੜਨ ਦੇ ਤਰੀਕੇ ਵੀ ਉਹ ਕਿਵੇਂ ਬਦਲੇ। ਉਹ ਪਹਿਲੋਂ ਡਿਜੀਟਲ ਨਹੀਂ ਸੀ, ਐਤਕੀ ਤਾਂ ਚਲੋ ਕਰੋਨਾ ਕਰਕੇ ਵੀ ਜ਼ਿਆਦਾ ਕਰਨਾ ਪਊਗਾ। ਅੱਜ ਕੱਲ੍ਹ ਤਾਂ ਫੇਸਬੁੱਕ ਤੇ ਕਈ ਪਾਰਟੀਆਂ ਬਣ ਗਈਆਂ। ਆਮ ਆਦਮੀ ਪਾਰਟੀ ਪ੍ਰਾਈਮ ਐਗਜ਼ਾਮਪਲ ਆ, ਫੇਸਬੁੱਕ ਤੇ ਬਣੀ, ਫੇਸਬੁੱਕ ਤੇ ਸ਼ੁਰੂ ਹੋਈ, ਫੇਸਬੁੱਕ ਤੇ ਹੀ ਚੱਲ ਰਹੀ ਆ। ਜ਼ਮੀਨ ਦੇ ਉੱਤੇ ਹੈ ਨਹੀਂ ਹੈ ਇਹ ਬਾਅਦ 'ਚ, ਉਹ ਫੇਸਬੁੱਕ ਤੋਂ ਹੀ ਸਾਰਾ ਰਾਜਨੀਤੀ, ਉਹੀ ਲਾਈਕਸ ਵਾਲੀ ਗੱਲ ਆ ਜਾਂਦੀ ਫਿਰ ਉਹਨਾਂ ਦੀ। ਉਹ ਵੀ ਲਾਈਕਸ ਦੇ ਨਾਲ ਹੀ ਰਾਜਨੀਤੀ ਤੋਲ ਦਿੰਦੇ ਆ। ਦਿੱਲੀ 'ਚ ਵੀ ਉਹਨਾਂ ਦਾ ਕੰਮ ਚੱਲ ਗਿਆ ਮਿਊਨਿਸਪਲ ਕਮੇਟੀ ਦੇ ਵਿੱਚ। ਪੰਜਾਬ ਦੇ ਵਿੱਚ ਇਹ ਕੰਮ ਚੱਲ ਸਕਦਾ ਜਾਂ ਨਹੀਂ ਚੱਲ ਸਕਦਾ, ਇਹ ਸਮਾਂ ਦੱਸੂਗਾ। ਕਿਉਂਕਿ ਪੰਜਾਬ ਦੇ ਵਿੱਚ ਤੁਸੀਂ ਵੇਖੋ ਬੜੀ ਕਲਚਰਲ ਡਾਇਵਰਸਿਟੀ ਆ। ਪੰਜਾਬ ਦੇ ਵਿੱਚ ਬਾਹਰੋਂ ਆ ਰਹੇ ਆ, ਪੰਜਾਬ ਦੇ ਵਿੱਚ ਇਹ ਪੰਜਾਬ ਦੇ ਵਸਨੀਕ ਹੋਣਗੇ ਤੇ ਜ਼ਰੂਰ ਪੰਜਾਬ ਨੂੰ ਸਮਝਣਗੇ, ਪੰਜਾਬ ਨੂੰ ਕਮੋਡਿਟੀ ਸਮਝਦੇ। ਇੱਕ ਹੋਰ ਦੱਸੋ ਵੀ ਐਤਕੀ ਸਿੱਧੂ ਚੰਨੀ ਜੰਗ ਆ ਜਿਹੜੀ, ਉਹ ਸਿਖਰ ਦੇ ਉੱਤੇ ਆ। ਸਿੱਧੂ ਸਾਹਿਬ ਕਿਸੇ ਦੀ ਸੁਣਦੇ ਨਹੀਂ, ਚੰਨੀ ਸਾਹਿਬ ਸਮਝਾਉਣ ਦੀ ਕੋਸ਼ਿਸ਼ ਕਰਦੇ ਆ। ਜਾਖੜ ਸਾਹਿਬ ਕਹਿੰਦੇ ਕੋਈ ਗੱਲ ਨਹੀਂ ਯਾਰ, ਮੁੱਖ ਮੰਤਰੀ ਚਿਹਰੇ ਤੋਂ ਬਿਨਾਂ ਚੋਣ ਲੜ ਲੈਣੀ ਚਾਹੀਦੀ ਆ। ਸਿੱਧੂ ਸਾਹਿਬ ਕਹਿੰਦੇ ਨਾ ਠੋਕੋ, ਉਹ ਫੇਰ ਕੁਛ ਨਾ ਕੁਛ ਕਹਿ ਦਿੰਦੇ ਆ। ਕਾਂਗਰਸ ਨੂੰ ਬਾਹਰ ਲੈਣ ਦੀ ਕਿਸੇ ਦੀ ਲੋੜ ਹੈ ਕਿ ਨਹੀਂ, ਕਿ ਘਰੇ ਹੀ ਕਲੇਸ਼ ਬਹੁਤ ਆ ਸੁੱਖ ਨਾਲ? ਜਦੋਂ ਬਾਹਰ ਕੋਈ ਹੈ ਹੀ ਨਹੀਂ ਹੈਗੇ ਤਾਂ ਹੈ ਕੌਣ? ਸਾਰੇ ਮੈਦਾਨ ਦੇ ਵਿੱਚ ਇੱਕੋ ਜਿਹੇ ਮੈਦਾਨ ਵਿੱਚ ਤਾਂ ਐ ਤਾਂ ਬਹੁਤ ਹੁੰਦੇ ਆ। ਹਾਂ, ਜੇ ਮੰਨ ਲਓ ਹੁਣ ਤੁਹਾਡੇ ਚੈਨਲ ਦੇ ਉੱਤੇ ਮੈਂ ਇਹ ਗੱਲ ਕਹੂੰਗਾ ਵੀ ਪਰ ਸਾਡਾ ਭਰਪਾ ਬਹੁਤ, ਸਾਡਾ ਤਾਂ ਭਰਪਾ ਨਾ ਇੱਥੇ। ਅਸੀਂ ਸਾਰੇ ਕਹਿੰਦੇ ਵੀ ਸਤਿਕਾਰਯੋਗ ਆ, ਅਸੀਂ ਸਤਿਕਾਰ ਦਿੰਦੇ ਆ। ਰਾਜਨੀਤੀ 'ਚ ਕਿੱਥੇ ਇਦਾਂ ਦਾ ਨਹੀਂ। ਦੇਖੋ ਤੁਹਾਡੀ ਇੰਟਰਪ੍ਰੀਟੇਸ਼ਨਸ ਆ, ਤੁਸੀਂ ਜ਼ਿਆਦਾ ਬਰੀਕੀ ਨਾਲ ਪੜ੍ਹਦੇ ਹੋ ਇਹ ਚੀਜ਼ਾਂ ਨੂੰ। ਅਗਰ ਵਿਚਾਰਾਂ ਦਾ ਤਕਰਾਰ ਆ ਜਾਂ ਉਹਨਾਂ ਦੋਵਾਂ ਦੀ ਆਪਸ 'ਚ ਉਹ ਨਹੀਂ ਗੱਲ ਕਰਦੀ, ਕਿਉਂਕਿ ਆਪੋਜੀਸ਼ਨ ਦੀ ਕ੍ਰੈਡੀਬਿਲਿਟੀ ਨਹੀਂ ਰਹੀ। ਨਹੀਂ, ਉਹ ਤਾਂ ਭਾਂਡੇ ਖੜਕ ਦੇਣਾ ਵਧੀਆ, ਤੋਂ ਤਾਂ ਚਿੱਬ ਹੀ ਪਾ ਦਿੰਦੇ ਆ। ਹਾਂ, ਕਾਂਗਰਸ ਦੇ ਵਿੱਚ ਭਾਂਡਿਆਂ 'ਚ ਚਿੱਬ ਪੈ ਜਾਂਦੇ, ਖੜਕਦੇ ਰਹਿਣ ਤਾਂ ਕੋਈ ਗੱਲ ਨਹੀਂ, ਤੇ ਚਿੱਬ ਸਿੱਧੇ ਵੀ ਹੋ ਜਾਂਦੇ। ਭਾਂਡੇ ਹਾਂ, ਮਾੜੇ ਮੋਟੇ ਚਿੱਬ ਸਿੱਧੇ ਵੀ ਹੋ ਜਾਂਦੇ, ਇਹਦੇ ਅੰਦਰ ਕੀ ਆ। ਲੇਕਿਨ ਚਿੱਬਾਂ ਦੇ ਵਿੱਚੋਂ ਉਹ ਮਤਲਬ ਇੰਨਾ ਨਹੀਂ ਹੋਣਾ ਚਾਹੀਦਾ ਵੀ ਬਿਲਕੁਲ ਭਾਂਡੇ ਖਿਲਰ ਜਾਣ। ਮੁੱਖ ਮੰਤਰੀ ਚਿਹਰੇ ਤੋਂ ਬਿਨਾਂ ਕਾਂਗਰਸ ਦਾ ਕੁਛ ਨਾ ਕੁਛ ਸੰਵਰੂਗਾ ਕਿ ਨਹੀਂ?
ਕਿਹਦਾ ਬਿਨਾ? ਮੁੱਖ ਮੰਤਰੀ ਚਿਹਰੇ ਤੋਂ ਬਿਨਾ ਹਾਂ। ਐਤਕੀ ਹਾਈ ਕਮਾਨ ਦਾ ਫੈਸਲਾ ਹਾਲ ਦੀ ਘੜੀ ਵੀ 3 ਚਿਹਰਿਆਂ ਤੇ ਆਧਾਰਿਤ ਚੋਣ ਲੜਨੀ ਹੈ, ਸੁਨੀਲ ਜਾਖੜ, ਸਿੱਧੂ ਸਾਹਿਬ ਤੇ ਚੰਨੀ ਸਾਹਿਬ। ਚਿਹਰਾ ਕੋਈ ਨਹੀਂ ਦੇਣਾ। ਤੇ ਐਮਐਲਏ ਨੂੰ ਵੀ ਕੋਈ ਹੱਕ ਦੇ ਦਿਓ। ਹੂੰ ਜੇ ਫਿਰ ਐਮਐਲਏ ਕਾਹਨੂੰ ਲੜਾਣੇ ਆ? ਫਿਰ ਸਾਰੀ ਥਾਂ ਕੋਈ ਨਾ ਕੋਈ ਡੰਮੀ ਬੰਦੇ ਲਾ ਦਿਓ ਤੇ ਡੰਮੀਆਂ ਦੇ ਸਿਰ ਦਿਓ। ਫਿਰ ਐਮਐਲਏ ਕਾਹਦੇ ਵਾਸਤੇ ਆਪਾਂ ਲੜਾਣੇ ਆ? ਇੱਕ ਸਿਸਟਮ ਆ। ਫਿਰ ਤਾਂ ਇੱਕ ਉੱਥੋਂ ਉੱਪਰੋਂ ਡੰਮੀ ਲਿਆਓ, ਸੈਲੀਬ੍ਰਿਟੀਆਂ ਲਿਆਓ, ਟਹਿਣਾ ਸਾਹਿਬ ਨੂੰ ਲਿਆਓ, ਇਲੈਕਸ਼ਨ ਲੜਾਓ ਤੇ ਟਹਿਣਾ ਸਾਹਿਬ ਵੀ ਖੁਸ਼, ਉਹ ਵੀ ਖੁਸ਼। ਐਮਐਲਏ ਅਗਰ ਬਣਨਗੇ ਤੇ ਉਹਨਾਂ ਨੂੰ ਵੀ ਚੁਣਨ ਦਾ ਅਧਿਕਾਰ ਹੈਗਾ ਕਿ ਨਹੀਂ? ਉਹਨਾਂ ਦੇ ਵੀ ਵਿਚਾਰ ਹੈਗੇ ਕਿ ਨਹੀਂ ਹੈਗੇ? ਅੱਜ 117 ਬੰਦਿਆਂ ਦੀ ਇੱਕ ਚੋਇਸ ਹੋ ਸਕਦੀ, ਕੱਲ੍ਹ ਨੂੰ ਐਮਐਲਏ ਬਣ ਕੇ ਆਣ, ਉਹ ਆਪਣੀ ਚੋਇਸ ਹਾਈ ਕਮਾਂਡ ਨੂੰ ਦੱਸ ਸਕਦੇ। ਅਲਟ ਵਿੱਚ ਉਹਨਾਂ ਨੂੰ ਰਾਈਟ ਦੇ ਜ਼ਰੂਰ ਦੇਈਦਾ, ਲੇਕਿਨ ਇੱਕ ਵਾਰ ਉਹਨਾਂ ਨਾਲ ਗੱਲ ਤਾਂ ਉਹਨਾਂ ਦੀ ਵੀ ਤਾਂ ਵਿਚਾਰ ਕਿਤੇ ਨਾ ਕਿਤੇ ਸੁਣੇ ਜਾਣ ਵੀ ਭਾਈ ਸਾਡੀ ਆਹ ਵਿਚਾਰ ਆ, ਆਹ ਬੰਦਾ ਵਧੀਆ ਚਲਾ ਸਕਦਾ, ਇਹਨੂੰ ਮੁੱਖ ਮੰਤਰੀ ਲਾਓ। ਇਹ ਹੈਲਦੀ ਫਾਰਮ ਆਫ ਡੈਮੋਕ੍ਰੇਸੀ ਆ। ਤੁਹਾਨੂੰ ਨਵਜੋਤ ਸਿੰਘ ਸਿੱਧੂ ਠੀਕ ਲੱਗਦੇ ਆ ਕਿ ਚੰਨੀ ਸਾਹਿਬ ਵਿਚਾਰਧਾਰਕ ਮਤਭੇਦ ਤਾਂ ਹੈਗੇ ਹੀ ਆ, ਪਰ ਤੁਸੀਂ ਕਿਹਨੂੰ ਠੀਕ ਮੰਨਦੇ ਹੋ ਕਾਂਗਰਸ ਪਾਰਟੀ ਦੇ ਲਈ? ਦੇਖੋ ਠੀਕ ਮੇਰੇ ਦੀ ਹੈਸੀਅਤ ਨਹੀਂ ਆ ਵੀ ਮੈਂ ਇਹਨਾਂ ਦੀ ਅੱਜ ਰਿਪੋਰਟ ਕਾਰਡ ਦੇ ਸਕਾਂ। ਮੈਂ ਤਾਂ ਅੱਜ ਪਹਿਲੀ ਇਲੈਕਸ਼ਨ ਹਾਲੇ ਮਤਲਬ ਜਿੱਤਣੀ ਆ ਬਤੌਰ ਐਮਐਲਏ। ਠੀਕ ਆ, ਮੈਂ ਹਾਰਿਆ ਪਿਛਲੀ ਵਾਰ, ਪਰ ਮੈਂ ਦੋਵਾਂ ਦੀ ਆਪਣੀ ਆਪਣੀ ਪਹਿਚਾਣ ਆ। ਦੋਵਾਂ ਦੀ ਆਪਣੀਆਂ ਆਪਣੀਆਂ ਖੂਬਸੂਰਤੀਆਂ ਵਾ। ਚੰਨੀ ਸਾਹਿਬ ਨੇ ਮਤਲਬ ਅਨਐਕਸਪੈਕਟਡ ਪਰਫਾਰਮੈਂਸ ਦਿੱਤੀ ਆ। ਕਿਸੇ ਨੇ ਸੋਚਿਆ ਨਹੀਂ ਸੀਗਾ, ਸਾਰਿਆਂ ਨੇ ਵੀ ਉਦੋਂ ਸਾਰੇ ਇਹ ਕਹਿ ਰਹੇ ਸੀ ਵੀ ਇਹ ਕਾਂਗਰਸ ਨੇ ਦਲਿਤ ਕਾਰਡ ਖੇਡਤਾ, ਲੇਕਿਨ ਅੱਜ ਦਲਿਤ ਕਾਰਡ ਤੋਂ ਧਿਆਨ ਸ਼ਿਫਟ ਹੋ ਕੇ ਕੰਮ ਵੱਲ ਸ਼ਿਫਟ ਲੈ ਆਂਦਾ ਉਹਨਾਂ ਨੇ ਵੀ ਨਹੀਂ, ਆਹ ਦੇਖੋ ਮੈਂ ਕੰਮ ਕੀਤਾ। ਨਵਜੋਤ ਸਿੱਧੂ ਦਾ ਸਾਰੇ ਕਹਿੰਦੇ ਸੀ ਵੀ ਇਹ ਪਾਰਟੀ ਨੂੰ ਪਤਾ ਨਹੀਂ ਕੀ ਨੁਕਸਾਨ ਪਹੁੰਚਾ ਦੇਣਗੇ। ਅੱਜ ਉਹਨਾਂ ਨੇ ਕਿਤੇ ਨਾ ਕਿਤੇ ਅੱਜ ਵੀ ਉਹ ਮਤਲਬ ਉਸ ਪੰਜਾਬ ਮਾਡਲ ਦੇ ਉੱਤੇ ਲਿਆ ਕੇ ਉਹਨਾਂ ਨੇ ਰਾਜਨੀਤੀ ਖੜੀ ਕਰ ਦਿੱਤੀ। ਦਿੱਲੀ ਮਾਡਲ ਅੱਜ ਫੇਲ ਹੋ ਗਿਆ। ਅੱਜ ਉਹਨਾਂ ਦੀ ਗੱਲਾਂ ਦੇ ਕਰਕੇ ਹੀ ਪੰਜਾਬ ਮਾਡਲ ਚਰਚਾ 'ਚ ਆ ਗਿਆ ਨਾ। ਕੇਜਰੀਵਾਲ ਨੂੰ ਵੀ ਕਹਿਣਾ ਪਿਆ ਵੀ ਪੰਜਾਬ ਮਾਡਲ ਤੇ ਪੰਜਾਬ ਨੂੰ ਚਰਚਾ 'ਚ ਲਿਆਂਦਾ। ਸੋ ਇਹ ਦੋਵਾਂ ਦੀ ਆਪਣੀ ਆਪਣੀ ਇੱਕ ਮੈਂ ਕਹੂੰਗਾ ਖੂਬਸੂਰਤੀ ਆ, ਔਰ ਉਸ ਚੀਜ਼ ਨੂੰ ਪਾਰਟੀ ਨੂੰ ਫਾਇਦਾ ਮਿਲਦਾ। ਔਰ ਉਹ ਜਾਖੜ ਸਾਹਿਬ ਆ, ਜਾਖੜ ਸਾਹਿਬ ਦੀ ਇੱਕ ਆਪਣੀ ਪਹਿਚਾਣ ਆ। ਸੋ ਇਹ ਕਾਂਗਰਸ ਦੀ ਐਡਵਾਂਟੇਜ 111 ਦਿਨ ਦੇ ਕੰਮਕਾਜ ਦੇ ਵੱਲ ਪੰਜਾਬ ਦੇ ਲੋਕ ਧਿਆਨ ਦੇਣ ਵੀ ਕਾਂਗਰਸ ਨੇ 111 ਦਿਨ 'ਚ ਕੀ ਕੀਤਾ, ਜਾਂ ਪੂਰੇ 5 ਸਾਲ ਦੇ ਵੱਲ ਖਿਆਲ ਕਰਨ ਵੋਟ ਪਾਉਣ ਵੇਲੇ? ਅਗਲੇ 5 ਸਾਲਾਂ ਵੱਲ ਖਿਆਲ ਕਰਨ, ਪਿਛਲੇ ਭੁੱਲ ਜਾਣ। ਅਗਲੇ 5 ਸਾਲ ਕੌਣ ਬਿਹਤਰ ਦੇ ਸਕਦਾ? ਪਿਛਲੇ 5 ਸਾਲ ਸਾਡੇ ਵੀ ਵੇਖ ਲੈਣ, ਉਹਦੇ ਸਾਡੀ ਕਾਰਗੁਜ਼ਾਰੀ ਵੀ ਵੇਖ ਲੈਣ, ਅਕਾਲੀ ਦਲ ਦੇ 10 ਸਾਲ ਵੀ ਵੇਖ ਲੈਣ, ਔਰ ਫਿਰ ਆਪਣਾ ਫੈਸਲਾ ਕਰਨ ਵੀ ਅਗਲੇ 5 ਸਾਲ ਇਹ ਬੰਦਿਆਂ ਨੂੰ ਦੇਵਾਂਗੇ। ਜੋ ਅਸੀਂ ਕਰਤਾ ਉਹ ਤਾਂ ਸਭ ਦੇ ਸਾਹਮਣੇ ਆ। ਅਸੀਂ ਕਹੀਏ ਵੀ ਅਸੀਂ ਕਰਤਾ, ਉਹ ਤਾਂ ਪਾਸਟ ਹੋ ਗਿਆ। ਵਰਤਮਾਨ ਫਿਊਚਰ ਜੋ ਵੀ ਆਪਣਾ ਹੈਗਾ ਵਾ ਉਹਦੇ ਵੱਲ ਵੇਖ ਕੇ ਲੋਕ ਫੈਸਲਾ 4.5 ਸਾਲ ਕੈਪਟਨ ਅਮਰਿੰਦਰ ਸਿੰਘ ਨੇ ਸਿਸਮਾ ਫਾਰਮ ਹਾਊਸ ਤੋਂ ਸਰਕਾਰ ਚਲਾਈ ਹੈ, ਉਹ ਪਰੇ ਕਰਤੇ, ਚੰਨੀ ਸਾਹਿਬ ਆ ਗਏ। ਕੀ ਮੰਨਦੇ ਹੋ ਕਿ ਕੈਪਟਨ ਅਮਰਿੰਦਰ ਸਿੰਘ ਦੇ ਕਾਂਗਰਸ ਦੇ ਵਿੱਚ ਰਹਿਣ ਦੇ ਨਾਲ ਪੰਜਾਬ ਦੇ ਵਿਕਾਸ ਦੇ ਚੱਕੇ ਜਾਮ ਹੋਏ ਸੀ ਕਿ ਨਹੀਂ? ਦੇਖੋ, ਮੈਂ ਔਨ ਰਿਕਾਰਡ ਇਹ ਗੱਲ ਕਹਿੰਦਾ ਔਰ ਹਰ ਵਾਰ ਕਹਿੰਦਾ, ਕੈਪਟਨ ਸਾਹਿਬ ਨੇ ਇਹ ਕਹਿਣਾ ਵੀ ਉਹਨਾਂ ਨੇ ਕੱਖ ਨਹੀਂ ਕੀਤਾ ਗਲਤ ਆ। ਕੈਪਟਨ ਸਾਹਿਬ ਨੇ ਵੀ ਬਹੁਤ ਕੁਝ ਕੀਤਾ, ਲੇਕਿਨ ਜੋ ਉਮੀਦਾਂ ਸੀ, ਜੋ ਐਕਸਪੈਕਟੇਸ਼ਨ ਸੀਗੀਆਂ ਉਹਨਾਂ ਤੋਂ, ਉਹਦੇ ਤੇ ਖਰੇ ਨਹੀਂ ਉਤਰੇ। ਕੈਪਟਨ ਸਾਹਿਬ ਨੇ ਜੋ ਅਕਾਲੀ ਦਲ ਸੀ ਉਹਨਾਂ ਤੋਂ ਤਾਂ ਕਿਤੇ ਵੱਧ ਕੰਮ ਵਧੀਆ ਕੀਤਾ, ਲੇਕਿਨ ਉਹਨਾਂ ਤੋਂ ਇੱਕ ਉਮੀਦ ਬਹੁਤ ਜ਼ਿਆਦਾ ਸੀ ਪੰਜਾਬ ਨੂੰ। ਉਸ ਉਮੀਦ ਤੇ ਉਹ ਖਰੇ ਨਹੀਂ ਉਤਰ ਸਕੇ। ਮੇਰੀ ਪਰਸਨਲ ਤੌਰ ਦੇ ਉੱਤੇ ਇਹ ਰਾਏ ਆ। ਠੀਕ ਆ, ਤੁਸੀਂ ਕਿਸੇ ਨੂੰ ਮੈਂ ਨਿੰਦਣਾ ਨਹੀਂ ਚਾਹੁੰਦਾ, ਉਹ ਵੀ ਇੱਕ ਪੋਲੀਟੀਸ਼ੀਅਨ ਆ, ਇੱਕ ਇੰਸਟੀਟਿਊਸ਼ਨ ਰਹੇ ਆਪਣੇ 'ਚ ਬੜੇ ਲੰਬਾ ਸਮਾਂ ਉਹਨਾਂ ਨੇ ਕੀਤਾ। ਉਹਨਾਂ 'ਚ ਵੀ ਕੋਈ ਚੰਗੀਆਂ ਗੱਲਾਂ ਸੀ, ਮਾੜੀਆਂ ਗੱਲਾਂ ਵੀ ਸੀ, ਲੇਕਿਨ ਅਸੀਂ ਉਹਨਾਂ ਦੀਆਂ ਜਿਹੜੀਆਂ ਚੰਗੀਆਂ ਗੱਲਾਂ ਸੀਗੀਆਂ ਉਹਨਾਂ ਨੂੰ ਵੀ ਨਹੀਂ ਆਪਾਂ ਬਿਲਕੁਲ ਨਕਾਰ ਸਕਦੇ ਨਾ। ਉਹ ਵੀ ਕਾਂਗਰਸ ਕਿਹੜੀਆਂ ਚੰਗੀਆਂ ਗੱਲਾਂ, ਜੇ ਸਾਡੇ ਦਰਸ਼ਕ ਜਾਣਨਾ ਚਾਹਣ ਵੀ ਆ ਤਾਂ ਕਮਾਲ ਮਾੜੀਆਂ ਦੱਸ ਸਕਦੇ ਨਾ ਪਹਿਲਾਂ? ਨਹੀਂ, ਉਹ ਤਾਂ ਮਾੜੀਆਂ ਤਾਂ ਸਭ ਨੂੰ ਲੋਕਾਂ ਨੇ ਬੜੇ ਦੱਸ ਦਿੰਦੇ ਹੋ। ਸੋ ਮਾੜੀਆਂ ਉਹਨਾਂ ਦੀ ਇੱਕ ਜਿਹੜੀ ਇਹ ਸੀ ਵੀ ਬਾਹਰ ਨਿਕਲਦੇ ਨਹੀਂ, ਬਾਹਰ ਇਨਐਸੈਸਿਬਿਲਟੀ ਕਹਿ ਲਓ ਤੁਸੀਂ, ਵੀ ਜਦੋਂ ਮਤਲਬ ਆਪਦੇ ਵਿਧਾਇਕਾਂ ਨੂੰ ਵੀ ਨਹੀਂ ਮਿਲਦੇ, ਮਤਲਬ ਪ੍ਰੋਬਲਮ ਜਿਹਨੂੰ ਪੈ ਜੇ, ਜਦੋਂ ਮੌਕੇ ਤੇ ਪ੍ਰੋਬਲਮ ਪੈ ਜੇ ਉਦੋਂ ਮੁਸ਼ਕਿਲ ਹੋ ਜਾਂਦਾ ਸੀ ਲੱਭਣਾ। ਖੜੇ ਪੈਰ ਮਤਲਬ ਜਦੋਂ ਵਿਪਤਾ ਪੈਂਦੀ ਸੀ ਉਦੋਂ ਫਿਰ ਉਹ ਬੜੇ ਸਿਸਟਮ ਦੇ ਬੰਦੇ ਸੀਗੇ। ਸਿਸਟਮ ਜਿਹਦੇ ਨਾਲ ਵੀ ਨਹੀਂ ਆ ਪਹਿਲੋਂ ਤੋਂ ਇੱਕ ਪਲਾਨ ਹੁੰਦਾ ਸੀ। ਚੰਗੀਆਂ ਗੱਲਾਂ ਦੇ ਵਿੱਚ ਇਹ ਸੀ, ਐਜ਼ ਅ ਐਡਮਿਨਿਸਟ੍ਰੇਟਰ ਉਹ ਜ਼ਰੂਰ ਚੰਗੇ ਸੀ। ਐਜ਼ ਅ ਮਤਲਬ ਉਹਨਾਂ ਨੇ ਇਸ ਚੀਜ਼ ਨੂੰ ਮੰਨਣਾ ਚਾਹੀਦਾ ਆਪਾਂ ਨੂੰ ਵੀ ਉਹਨਾਂ ਨੇ ਜਿਹੜੇ ਕੁਛ ਚੀਜ਼ਾਂ, ਜਿਵੇਂ ਅਕਾਲੀ ਦਲ ਦੇ ਟਾਈਮ ਦੇ ਵਿੱਚ ਜਿਹੜੀ ਗੁੰਡਾਗਰਦੀ ਸੀ, ਜਿਹੜੀ ਗੈਂਗਸਟਰਸ ਦਾ ਇਹ ਸਿਸਟਮ ਸੀ,
ਉਹਨਾਂ ਨੇ ਆ ਕੇ ਅਫਸਰਾਂ ਨੂੰ ਪਾਵਰ ਜ਼ਰੂਰ ਦਿੱਤੀ, ਲੇਕਿਨ ਕਈ ਵਾਰ ਜ਼ਿਆਦਾ ਹੀ ਦੇ ਦਿੱਤੀ। ਫਿਰ ਉਹਨੂੰ ਕੰਟਰੋਲ ਨਹੀਂ ਕੀਤਾ। ਅਗਰ ਉਹ ਥੋੜਾ ਬੈਲੈਂਸ ਰੱਖ ਜਾਂਦੇ ਨਾ, ਅਗਰ ਉਹਨੂੰ ਬੈਲੈਂਸ ਬਣਾ ਲੈਂਦੇ, ਲੋਕਾਂ ਨੂੰ ਵੀ ਥੋੜਾ ਇਨਵੋਲਵ ਕਰ ਲੈਂਦੇ, ਟੋਟਲ ਓਵਰ ਡਿਪੈਂਡੈਂਸ ਔਨ ਅਫਸਰਸ ਨਾ ਹੁੰਦੀ, ਔਰ ਅਗਰ ਥੋੜਾ ਜਿਹਾ ਪਿੱਛਾ ਹਟ ਜਾਂਦੇ ਤੇ ਸ਼ਾਇਦ ਅੱਜ ਆਹ ਦਿਨ ਨਾ ਦੇਖਣੇ ਪੈਂਦੇ। ਲੋਕ ਇਹ ਗੱਲ ਕਹਿੰਦੇ, ਜਿੱਥੇ ਅਸੀਂ ਜਾਂਦੇ ਆ ਨਾ, 4 ਬੰਦੇ 'ਚ ਬਹਿੰਦੇ ਆ, ਉਹ ਕਹਿੰਦੇ ਵੀ ਚੰਨੀ ਸਾਹਿਬ ਹਲ ਵਾਉਂਦੇ ਆ, ਸਿੱਧੂ ਸਾਹਿਬ ਮਗਰ ਸੁਹਾਗਾ ਫੇਰਦੇ ਰਹਿੰਦੇ ਆ। ਮੰਨਦੇ ਹੋ ਸਹੀ ਗੱਲ ਆ? ਉਹ ਵੱਟਾਂ ਮੁੱਟਾਂ ਢਾਈ ਤੁਰੀ ਆਉਂਦੇ, ਕਦੇ ਕਿਸੇ ਦੇ ਖੇਤ 'ਚ ਟਰੈਕਟਰ ਵਾੜ ਲੈਂਦੇ ਆ, ਕਦੇ ਕਿਵੇਂ ਠੋਕੋ। ਮੈਂ ਕਹਿੰਦਾ ਇਹ ਆਪਣਾ ਹੀ ਕਹਿੰਦੇ ਚੰਨੀ ਸਾਹਿਬ ਜਿਹੜਾ ਕੰਮ ਕਰਦੇ ਆ, ਔਰ ਜਿਹੜਾ ਮਗਰੋਂ ਸਿੱਧੂ ਸਾਹਿਬ ਕਰਦੇ ਆ, ਜਿਹੜੀ ਤੁਹਾਡੀ ਭਾਸ਼ਾ ਦੇ ਵਿੱਚ ਕਿਤੇ ਨਾ ਕਿਤੇ ਇਹਦਾ ਜਿਹੜਾ ਜੋ ਵੀ ਰੂਪ ਰੇਖਾ ਤੁਸੀਂ ਬਣਾ ਰਹੇ ਹੋ, ਜੋ ਵੀ ਤੁਸੀਂ ਇਹਦੀ ਵਿਚਾਰਕ ਇਹਨੂੰ ਪੇਸ਼ ਕਰ ਰਹੇ ਹੋ, ਮੈਂ ਇਹਦੇ ਨਾਲ ਸਹਿਮਤ ਨਹੀਂ ਹੈਗਾ। ਅੱਛਾ। ਉਹਦਾ ਕਾਰਨ ਇਹ ਆ ਵੀ ਠੀਕ ਹੈ, ਗੱਲਾਂ ਸੁਣਨ ਨੂੰ ਇੱਕ ਪੇਂਡੂ ਬੰਦੇ ਆਪਣੇ ਨੂੰ ਬੜਾ ਐ ਲੱਗਦਾ ਵੀ, ਲੇਕਿਨ ਉਹ ਮੁੱਦਾ ਕੀ ਆ? ਸਿੱਧੂ ਸਾਹਿਬ ਕੀ ਕਹਿੰਦੇ ਆ? ਸਿੱਧੂ ਸਾਹਿਬ ਇਹ ਕਹਿੰਦੇ ਆ ਵੀ ਲੌਂਗ ਟਰਮ ਸੋਲੂਸ਼ਨ ਦਿਓ। ਚੰਨੀ ਸਾਹਿਬ ਕਹਿੰਦੇ ਮੇਰੇ ਕੋਲ 111 ਦਿਨ ਆ, ਮੈਂ 111 ਦਿਨ ਦੇ ਵਿੱਚ ਤਾਂ ਕੁਝ ਕਰਕੇ ਵਿਖਾਊਂਗਾ ਨਾ। ਕੋਈ ਇਹ ਨਹੀਂ ਆ ਵੀ ਉਹ ਚੰਨੀ ਸਾਹਿਬ ਨੂੰ ਨਕਾਰ ਰਹੇ ਆ, ਉਹ ਇਹ ਕਹਿ ਰਹੇ ਵੀ ਮੈਂ 111 ਦਿਨਾਂ 'ਚ ਆਹ ਕੰਮ ਕਰਨੇ ਆ। ਉਹ ਕਹਿੰਦੇ ਵੀ ਨਹੀਂ, ਤੁਸੀਂ ਏਜੰਡਾ ਜਿਹੜਾ ਵਾ 10 ਸਾਲ ਦਾ ਦੇ ਦਿਓ, ਔਰ ਆਪਾਂ ਉਸ ਹਿਸਾਬ ਨਾਲ ਗੱਲ ਕਰੀਏ। ਸੋ ਦੋਵਾਂ 'ਚ ਕੋਈ ਗਲਤ ਤਾਂ ਨਹੀਂ। ਉਹ ਕਹਿੰਦੇ ਵੀ ਮੈਂ ਪਹਿਲਾਂ ਮੈਂ ਆਪਣੇ 111 ਦਿਨ ਦਾ ਵੇਰਵਾ ਦੇ ਲਾਂ, ਆਪਾਂ ਜਿਹੜਾ ਏਜੰਡਾ ਦੇਣਾ ਵਾ ਉਹ ਆਪਾਂ 22 ਸਰਕਾਰ ਬਣਾਉਣ ਤੋਂ ਪਹਿਲੇ ਦਿਨ ਹੀ ਆਪਾਂ ਦੇ ਦਾਂਗੇ ਏਜੰਡਾ ਆਪਣੇ 5 ਸਾਲਾਂ ਦਾ। ਸੋ ਇਹਦੇ ਵਿੱਚ ਤੁਸੀਂ ਜਿਹੜਾ ਕਹਿੰਦੇ ਸੁਹਾਗਾ ਫੇਰਦੇ ਨੇ, ਉਹ ਸੁਹਾਗਾ ਉਹ ਦੋਵੇਂ ਵੱਖਰੇ ਵੱਖਰੇ ਖੇਤ ਆ। ਉਹ ਆਪਣੇ ਤਰੀਕੇ ਨਾਲ ਉੱਥੇ ਹਲ ਵਾਹ ਰਹੇ ਆ, ਉਹ ਆਪਣੇ ਤਰੀਕੇ ਨਾਲ ਉੱਥੇ ਟਰੈਕਟਰ ਚਲਾ ਰਹੇ ਆ। ਤੁਸੀਂ ਖੇਤ ਇੱਕ ਨਾ ਕਰ ਦਿਓ। ਇੱਕ ਪਾਸੇ ਉਹ ਆਪਣਾ ਕੀ ਕਹਿੰਦੇ ਝੋਨਾ ਲੱਗਾ ਵਾ, ਇੱਕ ਪਾਸੇ ਆਪਣਾ ਕਹਿੰਦੇ ਦਾਲਾਂ ਔਰ ਫਲ ਫਰੂਟ ਲੱਗੇ ਆ। ਸੋ ਦੋਵਾਂ ਨੇ ਆਪਣੇ ਆਪਣੇ ਕਰਦੇ ਨੇ, ਔਰ ਦੋਵਾਂ ਦਾ ਕਿਤੇ ਨਾ ਕਿਤੇ ਜਿਹੜਾ ਫਸਲ ਆ ਉਹ ਕਾਂਗਰਸ ਪਾਰਟੀ ਵੱਢ ਕੇ ਲੋਕਾਂ ਦੇ ਹਵਾਲੇ ਕਰੂ। ਚਲੋ, ਬਹੁਤ ਵਧੀਆ ਗੱਲ ਆ। ਆਮ ਆਦਮੀ ਪਾਰਟੀ ਦੇ ਵੱਲੋਂ ਭਗਵੰਤ ਮਾਨ ਨੂੰ ਮੰਨਿਆ ਜਾ ਰਿਹਾ ਵੀ ਮੁੱਖ ਮੰਤਰੀ ਚਿਹਰਾ ਐਲਾਨ ਹੀ ਦਿੱਤਾ ਜਾਣਾ, ਸ਼ਾਇਦ ਰਸਮੀ ਤੌਰ ਤੇ ਬਾਕੀ ਆ। ਮੰਨਦੇ ਹੋ ਵੀ ਜੇਕਰ ਭਗਵੰਤ ਮਾਨ ਨੂੰ ਐਲਾਨ ਦਿੱਤਾ ਜਾਂਦਾ, ਤੁਹਾਡਾ ਮੁਕਾਬਲਾ ਹੋਰ ਤਿੱਖਾ ਹੋ ਜਾਣਾ ਦਿਨੇਸ਼ ਚੱਡਾ ਦੇ ਨਾਲ? ਨਹੀਂ, ਮੇਰੇ ਹਿਸਾਬ ਨਾਲ ਤਾਂ ਅਗਰ ਭਗਵੰਤ ਮਾਨ ਨੂੰ ਐਲਾਨ ਦੇਣਗੇ ਤੇ ਸਾਡੇ ਵਾਸਤੇ ਸੌਖਾ ਹੋ ਜਾਊਗਾ ਕੰਮ। ਉਹ ਕਿਉਂ ਤੇ ਕਿਉਂਕਿ ਕਿਵੇਂ? ਦੇਖੋ, ਭਗਵੰਤ ਮਾਨ ਨੂੰ ਪੰਜਾਬ ਕਿਸ ਨਜ਼ਰੀਏ ਨਾਲ ਵੇਖਦਾ? ਕੀ ਭਗਵੰਤ ਮਾਨ ਇੱਕ ਐਡਮਿਨਿਸਟ੍ਰੇਟਰ ਬਣ ਜਾਣਗੇ ਐਜ਼ ਚੀਫ ਮਿਨਿਸਟਰ? ਕੀ ਭਗਵੰਤ ਮਾਨ ਪੰਜਾਬ ਨੂੰ ਉਹ ਗਵਰਨੈਂਸ ਦੇ ਦੇਣਗੇ? ਪੰਜਾਬ ਦੇ ਵਿੱਚ ਇੱਕ ਸਿੱਖ ਇੰਟੈਲੈਕਚੁਅਲ ਕਲਾਸ ਆ, ਉਹਨਾਂ ਨੇ ਜਿਨ੍ਹਾਂ ਨੇ ਪੰਜਾਬ ਦੀ ਨੀਂਹ ਰੱਖੀ ਆ। ਪੰਜਾਬ ਦੇ ਵਿੱਚ ਇੱਕ ਰਿਲੀਜਨ ਡਾਈਵਰਸਿਟੀ ਆ। ਪੰਜਾਬ ਦੇ ਵਿੱਚ ਮੈਂ ਇਹ ਕਹੂੰਗਾ ਵੀ ਇੱਕ ਬੜਾ ਇੱਕ ਸੈਂਸਿਟਿਵ ਸਟੇਟ ਆ। ਕੀ ਪੰਜਾਬ ਦੇ ਲੋਕ ਭਗਵੰਤ ਮਾਨ ਨੂੰ ਉਸ ਰੋਲ 'ਚ ਵੇਖ ਸਕਦੇ ਆ? ਭਗਵੰਤ ਮਾਨ ਕੀ ਡਿਫਾਈਨ ਕਰਦਾ ਵਾ? ਭਗਵੰਤ ਮਾਨ ਦਾ ਭਗਵੰਤ ਮਾਨ ਪਰ ਯੂਥ ਦੀ ਪਸੰਦ ਤਾਂ ਹੈਗੀ, ਤੁਸੀਂ ਯੂਥ ਦੇ ਪ੍ਰਧਾਨ ਨੂੰ। ਮੈਂ ਤੁਹਾਨੂੰ ਇਹ ਕਹਿ ਰਿਹਾ, ਭਗਵੰਤ ਮਾਨ ਲੈਕਚਰ ਸੁਣਨ ਨੂੰ ਚੰਗਾ, ਵਿਚਾਰ ਵਿੱਚ ਲੈਕਚਰ ਜਦੋਂ ਕਰਦੇ ਆ ਐਂਟਰਟੇਨਮੈਂਟ ਪੂਰੀ ਆ, ਬੰਦਾ 20-25 ਮਿੰਟ ਉਹਨਾਂ ਦੀ ਗੱਲਾਂ ਸੁਣਦਾ। ਲੇਕਿਨ ਗਵਰਨੈਂਸ, ਚੀਫ ਮਿਨਿਸਟਰਸ਼ਿਪ, ਸਰਕਾਰ ਚਲਾਣੀ, ਠੀਕ ਆ, ਕਿਸੇ ਹਰੇਕ ਦੀ ਆਪਣੀ ਆਪਣੀ ਚੋਇਸ ਆ। ਇਹਨਾਂ ਪੈਮਾਨਿਆਂ ਦੇ ਉੱਤੇ ਭਗਵੰਤ ਮਾਨ ਕਿੱਥੇ ਖੜਦੇ ਆ, ਪੰਜਾਬ ਦੇ ਲੋਕਾਂ ਨੇ ਇਹ ਫੈਸਲਾ ਕਰਨਾ। ਉਹਦੇ ਵਿੱਚ ਕੀ ਉਸ ਜਿਹੜੀ ਉਹ ਸੋਚ ਨਾਲ ਉਹ ਰਾਜਨੀਤੀ ਕਰਨਾ ਚਾਹ ਰਹੇ ਆ, ਜਿਹੜੀ ਇੱਕ ਮੈਂ ਕਹੂੰਗਾ ਵੀ ਉਹਨਾਂ ਦਾ ਜਿਹੜਾ 10 ਸਾਲ ਦਾ ਕਰੀਅਰ ਰਿਹਾ ਵਾ, ਉਹਦੇ ਵਿੱਚ ਤੁਸੀਂ ਗਵਰਨੈਂਸ ਦੀ ਗੱਲ, ਉਹਦੇ ਵਿੱਚ ਸੀਗਾ ਉਹ ਕਹਿੰਦੇ ਮੈਂ ਮੁੱਦੇ ਚੱਕਦਾ। ਮੁੱਦੇ ਚੱਕਣ ਤਾਂ ਤੁਸੀਂ ਵੀ, ਤੁਹਾਡੇ ਤੋਂ ਵਧੀਆ ਮੁੱਦੇ ਕੌਣ ਚੱਕਦਾ? ਟੈਣਾ ਸਾਹਿਬ ਕਿੱਡੀ ਖੂਬਸੂਰਤੀ ਨਾਲ ਚੱਕਦੇ ਹੋ। ਲੇਕਿਨ ਕੀ ਤੁਸੀਂ ਬਤੌਰ ਐਡਮਿਨਿਸਟ੍ਰੇਟਰ, ਜੋ ਕੈਮਰੇਮੈਨ ਦਾ ਕੰਮ ਆ ਉਹ ਕੈਮਰੇ ਨੇ ਕਰਨਾ, ਜੋ ਐਡੀਟਰ ਦਾ ਕੰਮ ਆ ਉਹ ਐਡੀਟਰ ਨੇ ਕਰਨਾ, ਜੋ ਤੁਹਾਡਾ ਥਿੰਕ ਟੈਂਕ ਦਾ ਕੰਮ ਆ ਉਹ ਥਿੰਕ ਟੈਂਕ ਨੇ ਕਰਨਾ। ਮੈਨੂੰ ਲੱਗਦਾ ਐਜ਼ ਅ ਲੀਡਰ ਉਹ ਕਾਂਗਰਸ ਨੂੰ ਭਗਵੰਤ ਮਾਨ ਜਿਤਾ ਦੋ। ਐਜ਼ ਅ ਚੀਫ ਮਿਨਿਸਟਰ ਉਹ ਲੋਕੀ ਉਹਨਾਂ ਨੂੰ ਐਕਸੈਪਟ ਨਹੀਂ ਕਰਦੇ। ਤੁਸੀਂ ਮੰਨਦੇ ਹੋ ਵੀ ਕਾਂਗਰਸ ਨੂੰ ਭਗਵੰਤ ਮਾਨ ਕਰਕੇ ਜਿੱਤ ਮਿਲ ਜੂ? ਨਹੀਂ, ਕਾਂਗਰਸ ਨੂੰ ਭਗਵੰਤ ਮਾਨ ਦਾ ਕੀ ਲੈਣ ਦੇਣ ਸਾਡੇ ਨਾਲ? ਤੁਸੀਂ ਕਹਿੰਦੇ ਕਮਜ਼ੋਰ ਕੜੀ ਆ। ਕਾਂਗਰਸ ਨੂੰ ਆਪਣੇ ਦਮ ਦੇ ਉੱਤੇ ਜਿੱਤ ਮਿਲੂਗੀ। ਕਾਂਗਰਸ ਨੂੰ ਆਪਣਾ ਵਿਜ਼ਨ ਦੇਣਾ ਪਊਗਾ, ਕਾਂਗਰਸ ਨੂੰ ਆਪਣੀ ਸੋਚ ਦੇਣੀ ਪਊਗੀ, ਕਾਂਗਰਸ ਨੂੰ ਆਪਣਾ ਪਲਾਨ ਦੇਣਾ ਪਊਗਾ। ਭਗਵੰਤ ਮਾਨ ਸਾਡੇ ਵਾਸਤੇ, ਉਹ ਭਗਵੰਤ ਮਾਨ ਨੂੰ ਐਲਾਨ ਦੇਣ, ਉਹ ਹਰਪਾਲ ਚੀਮੇ ਨੂੰ ਐਲਾਨ ਦੇਣ, ਉਹ ਲਿਆ ਕੇ ਬਾਹਰੋਂ ਕਿਸੇ ਨੂੰ ਐਲਾਨ ਦੇਣ, ਉਹ ਕੇਜਰੀਵਾਲ ਨੂੰ ਐਲਾਨ ਦੇਣ, ਉਹਦੇ ਨਾਲ ਸਾਡਾ ਕੋਈ ਲੈਣ ਦੇਣ ਨਹੀਂ ਆ। ਸਾਡਾ ਤਾਂ ਇਹ ਲੈਣ ਦੇਣਾ ਵੀ ਅਸੀਂ ਕਾਂਗਰਸ ਦਾ ਰੋਡ ਮੈਪ ਕੀ ਆ। ਤੁਹਾਡਾ ਮੁੱਖ ਮੁਕਾਬਲਾ ਐਤਕੀ, ਮੇਰਾ ਆਖਰੀ ਸਵਾਲ ਆ, ਡਾਕਟਰ ਦਲਜੀਤ ਸਿੰਘ ਚੀਮਾ ਦੇ ਨਾਲ ਆ, ਦਿਨੇਸ਼ ਚੱਡਾ ਦੇ ਨਾਲ, ਆਮ ਆਦਮੀ ਪਾਰਟੀ ਵਾਲਿਆਂ ਨਾਲ ਆ, ਜਾਂ ਕਿਸੇ ਹੋਰ ਨਾਲ? ਸਾਡਾ ਮੁਕਾਬਲਾ ਆਪਣੇ
ਆਪ ਦੇ ਨਾਲ ਹੀ ਆ। ਹੂੰ ਅਸੀਂ ਇਹ ਕਵਾਂਗੇ ਵੀ ਕਿਤੇ ਨਾ ਕਿਤੇ, ਮੈਂ ਫਿਰ ਉਹੀ ਕਹੂੰਗਾ, ਕਿਤੇ ਕਾਂਗਰਸ ਆ, ਕਿਤੇ ਅਕਾਲੀ ਦਲ ਆ, ਔਈ ਓਵਰਆਲ ਕਿਤੇ ਕਾਂਗਰਸ ਆ, ਕਿਤੇ ਆਮ ਆਦਮੀ ਆ। ਲੇਕਿਨ ਕਾਂਗਰਸ ਸਾਰੀ ਜਗ੍ਹਾ ਵਾ, ਅਕਾਲੀ ਦਲ ਔਰ ਆਮ ਆਦਮੀ ਪਾਕਟਸ ਵਿੱਚ ਆ। ਇਹ ਨਹੀਂ ਆ ਵੀ ਉਹ ਸਾਰੀ ਜਗ੍ਹਾ ਆਪਣਾ ਉਸ ਤਰੀਕੇ ਨਾਲ ਹੋਏ ਹੋਇਆ। ਇਹ ਅਕ੍ਰੋਸ ਸਟੇਟ ਵੀ ਆ ਔਰ ਇੱਥੇ ਵੀ ਇਹੀ ਹਾਲ ਆ। ਅਕਾਲੀ ਦਲ ਦਾ 10 ਸਾਲ ਦਾ ਰਾਜ ਲੋਕ ਅੱਜ ਤੱਕ ਨਹੀਂ ਭੁੱਲੇ। ਉਹਨਾਂ ਨੂੰ ਪਤਾ ਵੀ ਕਿਸ ਤਰੀਕੇ ਨਾਲ ਇਹਨਾਂ ਨੇ ਧੱਕੇਸ਼ਾਹੀ ਕੀਤੀ ਆ, ਕੀ ਇਹਨਾਂ ਨੇ ਡੰਡਾ ਤੰਤਰ ਚਲਾਇਆ ਵਾ। ਔਰ ਦੂਜਾ, ਆਮ ਆਦਮੀ ਨੂੰ ਵੀ ਇੱਥੇ 5 ਸਾਲ ਮੌਕਾ ਦੇ ਦਿੱਤਾ ਲੋਕਾਂ ਨੇ ਰੋਪੜ ਵਿੱਚ। 10 ਸਾਲ ਅਕਾਲੀ ਦਲ ਨੂੰ, ਉਸ ਤੋਂ ਪਹਿਲਾਂ ਸਿਰਫ 30 ਸਾਲਾਂ 'ਚ ਇੱਕ ਵਾਰੀ ਕਾਂਗਰਸ ਇੱਥੇ ਜਿੱਤੀ ਆ। ਸੋ ਇਸ ਵਾਰ ਮੌਕਾ ਅਸੀਂ ਇਹ ਕਹਿੰਦੇ ਆ ਵੀ ਇੱਕ ਵਾਰ ਮੈਂ ਵੀ 5 ਸਾਲ ਹਾਰਨ ਤੋਂ ਬਾਅਦ ਵੀ ਨਹੀਂ ਅਸੀਂ ਛੱਡਿਆ। ਸੋ ਮੈਨੂੰ ਇਹ ਉਮੀਦ ਆ ਵੀ ਐਤਕੀ ਲੋਕਾਂ ਹੀ ਸਾਨੂੰ ਮੌਕਾ ਇਸ ਕਰਕੇ ਨਹੀਂ ਦੇਣਗੇ ਵੀ ਇਹਨਾਂ ਨੂੰ ਮੌਕਾ ਦੇ ਕੇ ਵੇਖਿਆ, ਉਹਨਾਂ ਨੇ ਸਾਡੀ ਕਾਰਗੁਜ਼ਾਰੀ ਵੀ ਵੇਖੀ ਆ। ਔਰ ਉਹ ਇਹ ਚਾਹਣਗੇ ਵੀ ਇਹ ਕਾਰਗੁਜ਼ਾਰੀ ਹਾਰਨ ਤੋਂ ਬਾਅਦ ਐਵੇਂ ਹੋ ਸਕਦੀ ਆ, ਤੇ ਕਿਉਂ ਨਾ ਇਹਨਾਂ ਨੂੰ ਤਾਕਤ 'ਚ ਲਿਆ ਕੇ ਇਹ ਕਾਰਗੁਜ਼ਾਰੀ ਵੇਖੀ ਜਾਵੇ। ਜੋ ਇੱਕ ਸਾਡਾ ਮੁਕਾਬਲਾ ਇੱਕ ਐਜੂਕੇਸ਼ਨ ਮੰਤਰੀ ਸੀਗੇ ਇੱਥੋਂ ਦੇ ਪਹਿਲਾਂ ਜਿਹੜੇ ਵਿਧਾਇਕ ਸੀਗੇ, ਉਹਨਾਂ ਨਾਲ ਕੀਤਾ ਜਾਂਦਾ। ਮੈਂ ਹਾਰਿਆ ਹੋਇਆ ਸੀਗਾ, ਉਹਦੇ ਮੁਕਾਬਲੇ 'ਚ ਅਸੀਂ ਕਈ ਕੁਛ ਕਰਤਾ। ਸੇ ਕਿਉਂ ਨਾ ਫਿਰ ਤਾਕਤ ਦੇ ਨਾਲ, ਕਿਉਂ ਨਾ ਫਿਰ ਆਪਣਾ ਕੀ ਕਹਿੰਦੇ, ਅਗਰ ਸਰਕਾਰ ਦੀ ਤਾਕਤ ਮਿਲ ਜੇ ਤੇ ਫਿਰ ਲੋਕਾਂ ਨੂੰ ਹੋਰ ਕਿਤੇ ਵਧੀਆ ਕੰਮ ਕਰਕੇ। ਵੈਸੇ ਤੁਹਾਡਾ ਮਨ ਨਹੀਂ ਮੰਨਦਾ ਇਸ ਗੱਲ ਨੂੰ ਕਿ ਕਾਂਗਰਸ ਨੇ ਕਹੇ ਮੁਤਾਬਕ ਵਾਅਦੇ ਨਹੀਂ ਪੂਰੇ ਕੀਤੇ? ਨਹੀਂ, ਤੁਸੀਂ ਮੈਨੂੰ ਲੱਗਦਾ ਵੀ ਇੱਕ ਚੀਜ਼ ਨੂੰ ਭਾਵਕ ਹੋ ਕੇ ਤੁਸੀਂ ਗੱਲ ਨੂੰ ਸੋਚ ਰਹੇ ਹੋ। ਦੇਖੋ ਨਹੀਂ ਮੈਂ ਤਾਂ ਅਕਾਲੀ ਦਲ ਦੇ ਆਗੂਆਂ ਨਾਲ ਵੀ ਜਿਹੜੀ ਇੰਟਰਵਿਊ ਕਰਦਾ ਨਾ, ਮੇਰੇ ਸਵਾਲ ਦਾ ਰੌਂ ਇਹੀ ਹੁੰਦਾ। ਨਹੀਂ ਰੌਂ ਠੀਕ ਆ, ਮੈਂ ਤੁਹਾਨੂੰ ਪਹਿਲੀ ਵਾਰ ਮਿਲਿਆ। ਮੈਂ ਤਾਂ ਬਿਲਕੁਲ ਠੀਕ ਆ, ਆਪਾਂ ਪਹਿਲੀ ਵਾਰ ਮਿਲੇ। ਮੇਰਾ ਸਿਰਫ ਇਹ ਕਹਿਣ ਦਾ ਮਤਲਬ ਆ, ਤੁਸੀਂ ਅਗਲੇ 5 ਸਾਲ ਕੌਣ ਵਾਅਦੇ ਪੂਰੇ ਕਰ ਸਕਦਾ ਜਿਹਨੇ ਪਿਛਲੀ ਵਾਰ ਕੀਤੇ? ਜਿਹਨੇ ਇੱਕ ਮਿੰਟ ਫਿਰ ਆਮ ਆਦਮੀ, ਅਕਾਲੀ ਦਲ ਔਰ ਇਹ ਅਕਾਲੀ ਦਲ ਨੇ, ਆਮ ਆਦਮੀ ਨੇ ਦਿੱਲੀ ਸਾਰੇ ਵਾਅਦੇ ਪੂਰੇ ਕਰਤੇ। ਮੈਂ ਨਹੀਂ ਕਹਿੰਦਾ, ਨਹੀਂ ਮੈਂ ਉਹੀ ਕਹਿ ਰਿਹਾ ਨਾ। ਇਸ ਕਰਕੇ ਗੱਲ ਪਤਾ ਕੀ ਆ ਭਾਜੀ, ਇਸ਼ੂ ਇਹ ਆ ਵੀ ਇੰਟੈਂਸ਼ਨ ਕੀ ਆ। ਹੁਣ ਹਾਲਾਤ ਨਹੀਂ ਹੈਗੇ, ਮੰਨ ਲਓ ਖਜ਼ਾਨੇ 'ਚ ਤੁਸੀਂ ਵਾਅਦਾ ਕੀਤਾ ਹੋਇਆ, ਤੁਸੀਂ ਸਰਕਾਰ ਚਾਹੇ ਤੁਸੀਂ ਉਹ ਨਹੀਂ ਪੂਰਾ ਕਰ ਸਕਦੇ, ਲੇਕਿਨ ਤੁਸੀਂ ਫਿਰ ਵੀ ਲੋਕਾਂ ਦੀ ਗੱਲ ਸੁਣਨੀ ਜ਼ਰੂਰੀ ਆ। ਅੱਜ ਦੇ ਸਮੇਂ 'ਚ ਤਾਂ ਲੀਡਰ ਮੂੰਹ ਫੇਰ ਜਾਂਦੇ ਸੀ, ਲੋਕਾਂ ਨੂੰ ਸਰਕਾਰ ਦਾ ਹਿੱਸਾ ਨਹੀਂ ਸੀ ਲੋਕ। ਐਤਕੀ ਲੋਕਾਂ ਨੂੰ ਆ ਘੱਟੋ ਘੱਟ 111 ਦਿਨ 'ਚ ਇਹ ਲੱਗਾ ਵੀ ਯਾਰ ਸਾਡੀ ਸੁਣਵਾਈ ਹੋਣੀ ਸ਼ੁਰੂ ਹੋਈ, ਸਾਡੀ ਗੱਲ ਹੁਣ ਸਾਧਨਾਂ ਦੀ ਗੱਲ ਆ। ਹੁਣ ਅਗਲੀ ਵਾਰ ਸਾਧਨ ਬਣਾਓ ਤੇ ਵਾਅਦੇ, ਕਈ ਵਾਅਦੇ ਸਾਧਨ ਨਾਲ ਪੂਰੇ ਹੋਣੇ, ਕਈ ਵਾਅਦੇ ਨੀਅਤ ਨਾਲ ਪੂਰੇ ਹੋਣੇ, ਕਈ ਵਾਅਦੇ ਕੰਮ ਕਰਨ ਨਾਲ ਪੂਰੇ ਹੋਣੇ। ਸੋ ਅਗਰ ਤੁਸੀਂ ਇਹ ਸਾਰੇ ਪੈਮਾਨਿਆਂ 'ਚ ਵੇਖੋ ਤੇ ਕਾਂਗਰਸ ਪਾਰਟੀ ਬਹੁਤ ਪੈਮਾਨਿਆਂ ਤੇ ਖਰੀ ਉਤਰੀ ਆ, ਔਰ ਅੱਗੇ ਵੀ ਇਹਨਾਂ ਤੇ ਖਰੀ ਉਤਰਨ ਦੀ ਸ਼ਮਤਾ ਰੱਖਦੀ ਆ। ਸਾਡੇ ਆਪਣਿਆਂ ਨੇ ਵੀ, ਅਗਰ ਸਾਡਾ ਵੱਡਾ ਲੀਡਰ ਸੀ ਕੈਪਟਨ ਸਾਹਿਬ, ਲੇਕਿਨ ਅਗਰ ਉਹਨਾਂ ਨੇ ਵਾਅਦੇ ਨਹੀਂ ਸਾਨੂੰ ਲੱਗਦਾ ਸੀ ਪੂਰੇ ਕੀਤੇ, ਤੇ ਅਸੀਂ ਉਹਨਾਂ ਨੂੰ ਵੀ ਲਾਹਣ ਦੀ ਸ਼ਮਤਾ ਰੱਖੀ। ਅਸੀਂ ਉਹਨਾਂ ਨੂੰ ਇਹ ਕਿਹਾ, ਪਾਰਟੀ ਨੇ ਕਿਹਾ ਨਹੀਂ ਭਾਈ ਲੋਕਾਂ 'ਚ ਦੁਬਾਰਾ ਨਹੀਂ ਜਾਣਾ, ਸਾਨੂੰ ਨੁਕਸਾਨ ਹੋਇਆ ਜੋ ਪਾਰਟੀ ਬਣਾ ਕੇ ਬੈਠੇ ਆ, ਲੀਡਰ ਵੀ ਗਵਾਇਆ। ਔਰ ਇੱਕ ਮਤਲਬ ਇੱਕ ਤੁਹਾਡੇ ਵਰਗੇ ਜਿਹੜੇ ਪੱਤਰਕਾਰਾਂ ਤੋਂ ਇਹ ਵੀ ਕਿਹਾ ਵੀ ਨਹੀਂ ਹੁਣ ਦੱਸੋ 111 ਦਿਨਾਂ 'ਚ ਕੀ ਕੁਛ ਕਰ ਦਿੱਤਾ, ਕਿਉਂਕਿ ਠੀਕ ਆ ਵੀ ਤੁਸੀਂ 5 ਸਾਲ, ਅਸੀਂ ਇੱਕ ਫੈਸਲਾ ਤਾਂ ਕੀਤਾ ਨਾ ਉਹਨਾਂ ਨੂੰ ਲਾਹਣ ਦਾ। ਕਿਹੜੀ ਪਾਰਟੀ ਸਿਟਿੰਗ ਚੀਫ ਮਿਨਿਸਟਰ ਨੂੰ, ਆਪੋਜੀਸ਼ਨ ਦੇ ਵਿੱਚ, ਉਹ ਵੀ ਇਸ ਕੱਦ ਦੇ ਲੀਡਰ ਨੂੰ ਲਾਹਣ ਦੀ ਸ਼ਮਤਾ ਰੱਖਦੀ ਆ? ਗੋਲ ਕਰ ਦੇਣਗੇ, ਖਿੱਦੋ ਖੂੰਡੀ ਮਿਲੀ ਉਹਨਾਂ ਨੂੰ ਬੈਸਟ ਆਫ ਲੱਕ। ਪਰ ਉਹਨਾਂ ਦੀ ਇੱਕ ਮੇਰੀ ਬੇਨਤੀ ਉਹਨਾਂ ਨੂੰ ਇਹੀ ਆ, ਮੇਰੀ ਖੈਰ ਪਤਾ ਨਹੀਂ ਸਾਡੀ ਸੁਣਨਗੇ ਨਹੀਂ ਸੁਣਨਗੇ, ਵੇਖਦੇ ਵੀ ਨਹੀਂ ਵੇਖਦੇ, ਖੁੰਦਕ ਦੇ ਨਾਲ ਤੁਸੀਂ ਆਪਣੀ ਰਾਜਨੀਤਿਕ ਕਰੀਅਰ ਨੂੰ ਆ ਨਾ ਕਰੋ। ਤੁਹਾਡਾ ਬੜਾ ਇਤਿਹਾਸ ਰਿਹਾ ਵਾ, ਠੀਕ ਆ, ਤੁਸੀਂ ਜੋ ਤੁਸੀਂ ਕੀਤਾ, ਤੁਹਾਡੀ ਸਾਰਿਆਂ ਨੇ ਬੜਾ ਤੁਹਾਡੇ ਵਾਸਤੇ ਸਾਥ ਵੀ ਦਿੱਤਾ ਵਾ। ਅੱਜ ਤੁਸੀਂ ਉਹਨਾਂ ਸਾਥੀਆਂ ਨੂੰ ਹਰਾ ਕੇ ਪੰਜਾਬ ਦਾ ਕੋਈ ਭਲਾ ਨਹੀਂ ਕਰੋਗੇ। ਮੇਰੀ ਤਾਂ ਇਹ ਸੋਚ ਬਣਦੀ ਉਹਨਾਂ ਨੂੰ। ਬਾਕੀ ਤਾਂ ਉਹ ਬਹੁਤ ਸਿਆਸਤਦਾਨ ਘਾਕ ਆ, ਉਹਨਾਂ ਨੂੰ ਸਿਆਸਤ ਸਿਖਾਉਣ ਦੀ ਸਾਡੇ ਵਰਗਿਆਂ ਨੂੰ ਲੋੜ ਨਹੀਂ। ਲੇਕਿਨ ਫਿਰ ਵੀ ਇਹ ਅਪੀਲ ਆ, ਅਗਰ ਉਹਨਾਂ ਦੇ ਵੀ ਜਿਹੜੇ ਉਹ ਵੀ ਲੋਕ ਆਪਸ 'ਚ ਖੁੰਦਕਬਾਜੀ, ਮੈਂ ਇਹਨੂੰ ਠੋਕਣਾ, ਮੈਂ ਇਹਨੂੰ ਹਰਾਣਾ, ਇਹ ਰਾਜਨੀਤੀ ਦਾ ਇੱਕ ਤਰਾਸ਼ਦੀ ਆ ਬਹੁਤ ਮਾੜੀ। ਤੁਸੀਂ ਖੁਦ ਜਿੱਤ ਸਕਦੇ ਹੋ। ਜਿਹੜੇ ਠੁਕੇ ਪਏ ਲੋਕ ਆ ਉਹਨਾਂ ਨੂੰ ਚੁੱਕੋ, ਜਿਹੜੇ ਪੰਜਾਬ ਦੇ ਲੋਕ, ਤੁਹਾਡੇ ਕਹਿਣ ਦਾ ਭਾਵ ਇਹ ਆ ਵੀ ਉਹਨਾਂ ਦੇ ਬਾਰੇ ਸੋਚੀਏ, ਉਹਨਾਂ ਬਾਰੇ ਗੱਲ ਕਰੀਏ, ਉਹਨਾਂ ਜ਼ਿਆਦਾ ਵਧੀਆ ਵਾ। ਤੁਹਾਨੂੰ ਚੰਨੀ ਸਾਹਿਬ ਨੇ ਨਹੀਂ ਕਿਹਾ ਵੀ ਕਿਆ ਗੱਲ ਕਰਦੇ ਹੋ ਯਾਰ, ਇੱਥੇ ਤਾਂ ਸਾਰਾ ਕੁਛ ਐਂ ਹੀ ਚੱਲਦਾ? ਨਹੀਂ, ਚੰਨੀ ਸਾਹਿਬ ਨੇ ਇਹ ਕਿਹਾ ਵੀ ਹੁਣ ਬਹੁਤ ਹੋ ਗਿਆ। ਕੱਲ ਉਹਨਾਂ ਨੇ ਮਿਲ ਕੇ ਬੜੀ ਥਾਪੜਾ ਦਿੱਤਾ, ਕਹਿੰਦੇ ਵੀ ਨਹੀਂ ਬਹੁਤ ਹੋ ਗਿਆ ਹੁਣ, ਆਪਣਾ ਕੀ ਕਹਿੰਦੇ ਟੀਵੀ ਡਿਬੇਟਾਂ ਤੇ ਔਰ ਟਹਿਣਾ ਸਾਹਿਬ ਨਾਲ ਬਹਿ ਕੇ ਪਾਰਟੀ ਨੂੰ ਡਿਫੈਂਡ ਕਰਨਾ। ਹੁਣ ਵਿਧਾਨ ਸਭਾ 'ਚ ਆ ਕੇ ਉੱਥੇ ਆ ਕੇ ਮੁੱਦਿਆਂ ਦੀ ਗੱਲ ਕਰੋ, ਜਿੱਤ ਕੇ ਆਓ ਔਰ ਆਪਾਂ ਸਰਕਾਰ ਬਣਾਈਏ ਔਰ ਫਿਰ ਪੰਜਾਬ ਦੇ ਲੋਕਾਂ ਦਾ ਭਲਾ ਕਰੀਏ। ਚਲੋ ਬਹੁਤ ਮਿਹਰਬਾਨੀ, ਅਸੀਂ ਤੁਹਾਡੇ ਚੰਗੇ ਭਵਿੱਖ ਦੀ ਕਾਮਨਾ ਕਰਦੇ ਹਾਂ। ਤੁਸੀਂ ਰੋਪੜ ਦੇ ਲੋਕਾਂ ਦੇ ਕੰਮ ਆਓ, ਤੁਹਾਡੀ ਝੋਲੀ ਦੇ ਵਿੱਚ ਜਿੱਤ ਪਈ ਤਾਂ ਅਸੀਂ ਇਸ ਗੱਲ ਦੀ ਇੱਛਾ ਪਾਲਦੇ ਹਾਂ। ਬਹੁਤ ਮਿਹਰਬਾਨੀ। ਸੋ ਦੋਸਤੋ, ਇਹ ਸਨ ਬਰਿੰਦਰ ਸਿੰਘ ਢਿੱਲੋਂ ਹੋਰੀ,
ਜਿਹੜੇ ਕਿ ਰੋਪੜ ਤੋਂ ਕਾਂਗਰਸ ਦੇ ਉਮੀਦਵਾਰ ਨੇ, ਦੂਜੀ ਵਾਰ ਇਹ ਚੋਣ ਲੜ ਰਹੇ ਆ। ਸੋ ਬਾਕੀ ਸਮੇਂ ਦਾ ਤਕਾਜ਼ਾ ਕੀ ਕਹਿੰਦਾ, ਇਹ ਸਾਰਾ ਕੁਝ ਬਿਆਨ ਹੋਊਗਾ। ਸੋ ਫਿਲਹਾਲ ਦਿਓ ਆ ਗਿਆ। ਪ੍ਰਾਈਮ ਇਲੈਕਸ਼ਨ ਦੇ ਵਿੱਚ ਕਿਸੇ ਹੋਰ ਸ਼ਖਸੀਅਤ ਦੇ ਨਾਲ ਗੱਲਬਾਤ ਲੈ ਕੇ ਹਾਜ਼ਰ ਹੋਵਾਂਗੇ। ਬਹੁਤ ਬਹੁਤ ਮਿਹਰਬਾਨੀ।